ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸਵਾਗਤ ਹੈ ਤੁਹਾਡਾ ਆਪਣੀ ਇਸ ਚੈਨਲ ਦੇ ਉੱਪਰ ਰਾਈਟ ਔਨ ਦੇ ਉੱਪਰ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣਾ ਪਹਿਲਾ ਚੈਪਟਰ ਜੋ ਹੈ ਉਹ ਕੰਪਲੀਟ ਹੋ ਚੁੱਕਿਆ ਹੈ। ਤਾਂ ਥੋੜੀ ਜਿਹੀ ਇੰਟਰੋਡਕਸ਼ਨ ਪਹਿਲਾਂ ਆਪਾਂ ਦੇ ਦਿੰਨੇ ਆ। ਆਪਾਂ ਜੋ ਤਿਆਰੀ ਕਰਨੀ ਸ਼ੁਰੂ ਕੀਤੀ ਹੈ ਕਿਸ ਐਗਜ਼ਾਮ ਲਈ ਕੀਤੀ ਹੈ ਉਹ ਹੈ ਸੀਟੈਟ ਜੁਲਾਈ 2023 ਲਈ। ਸੀਟੈਟ ਜੁਲਾਈ 2023 ਦੇ ਲਈ ਆਪਾਂ ਪੰਜਾਬੀ ਪੈਡਾਗੋਜੀ ਜੋ ਹੈ ਉਹ ਸਟਾਰਟ ਕਰ ਲਈ ਹੈ, ਜਿਸ ਦਾ ਚੈਪਟਰ ਨੰਬਰ 1 ਆਪਾਂ ਆਲਰੇਡੀ ਕੰਪਲੀਟ ਕਰ ਚੁੱਕੇ ਹਾਂ ਪ੍ਰੀਵੀਅਸ 2 ਕਲਾਸਿਸ ਦੇ ਵਿੱਚ। ਠੀਕ ਹੈ ਜੀ, ਜੇਕਰ ਹਾਲੇ ਤੱਕ ਤੁਸੀਂ ਉਹ ਕਲਾਸਿਸ ਦੇਖੀਆਂ ਨਹੀਂ, ਪੜ੍ਹਨਾ ਸਟਾਰਟ ਨਹੀਂ ਕੀਤਾ ਤਾਂ ਤੁਸੀਂ ਕਰ ਸਕਦੇ ਹੋ। ਈਜ਼ੀਲੀ ਤੁਹਾਨੂੰ ਅਵੇਲੇਬਲ ਮਿਲ ਜਾਣਗੀਆਂ, ਚੈਨਲ 'ਤੇ ਜਾ ਕੇ ਵਿਜ਼ਿਟ ਕਰੋ। ਪਲੇਲਿਸਟ ਵੀ ਮੈਂ ਤੁਹਾਡੇ ਲਈ ਬਣਾ ਦਿੱਤੀ ਹੈ। ਠੀਕ ਹੈ, ਤੁਸੀਂ ਉੱਥੋਂ ਜਾ ਕੇ ਆਰਾਮ ਨਾਲ ਪਹਿਲਾਂ ਤਾਂ ਐਗਜ਼ਾਮ ਪੈਟਰਨ ਸਿਲੇਬਸ ਨੂੰ ਸਮਝ ਸਕਦੇ ਹੋ, ਫਿਰ ਉਸ ਤੋਂ ਬਾਅਦ ਆਪਣਾ ਪਹਿਲਾ ਚੈਪਟਰ ਕਵਰ ਕਰ ਸਕਦੇ ਹੋ। ਕਿਉਂਕਿ ਇਹ ਕਲਾਸ ਤਾਂ ਹੀ ਲਗਾ ਸਕਦੇ ਹੋ ਜੇਕਰ ਤੁਹਾਨੂੰ ਫਸਟ ਚੈਪਟਰ ਵਿੱਚ ਇਸ ਭਾਸ਼ਾ ਆਉਂਦਾ ਹੈ। ਉਸ ਦਾ ਰੀਜ਼ਨ ਕੀ ਹੈ? ਕਿਉਂਕਿ ਇੱਥੇ ਅੱਜ ਆਪਾਂ ਡਿਸਕਸ ਕਰਨ ਲੱਗੇ ਹਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ MCQs। ਠੀਕ ਹੈ ਜੀ, ਕਿਸ ਦੇ ਰਿਗਾਰਡਿੰਗ? ਭਾਸ਼ਾ ਦੇ ਰਿਗਾਰਡਿੰਗ। ਔਰ ਮੈਨੇ ਤੁਹਾਡੀ ਪ੍ਰੈਕਟਿਸ ਦੇ ਲਈ ਇੱਕ ਪੈਸੇਜ ਵੀ ਇਸ ਦੇ ਵਿੱਚ ਰੱਖਿਆ ਹੈ ਤਾਂ ਕਿ ਮੈਂ ਚਾਹੁੰਦੀ ਹਾਂ ਨਾਲ ਤੁਹਾਡੀ ਉਸ ਤਰੀਕੇ ਨਾਲ 15 ਜੋ ਮਾਰਕਸ ਨੇ ਉਹ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਨੇ ਔਰ ਉਹ ਪ੍ਰੈਕਟਿਸ ਨਾਲ ਹੀ ਕਵਰ ਹੋਣਗੇ। ਤਾਂ ਉਹ ਇੱਕ ਪੈਸੇਜ ਵੀ ਮੈਨੇ ਤੁਹਾਡੇ ਲਈ ਰੱਖਿਆ ਹੈ ਇਹਨਾਂ ਕੁਐਸਚਨਸ ਦੇ ਅੰਦਰ, ਔਰ ਉਹ ਐਗਜ਼ਾਮ ਦੇ ਵਿੱਚ ਆਇਆ ਹੋਇਆ ਪੈਸੇਜ ਹੈ। ਠੀਕ ਹੈ, ਤਾਂ ਮੀਨਸ ਟੂ ਸੇ ਜਿਹੜੇ ਵੀ ਅੱਜ ਕੁਐਸਚਨਸ ਹੋਣਗੇ ਮੋਸਟ ਆਫ ਦਾ ਕੁਐਸਚਨਸ ਪ੍ਰੀਵੀਅਸ ਈਅਰ ਐਗਜ਼ਾਮੀਨੇਸ਼ਨਸ ਦੇ ਹੋਣਗੇ, ਜਿਹਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਕਿ ਤੁਹਾਡਾ ਲੈਵਲ ਕਿੱਦਾਂ ਦਾ ਹੋਏਗਾ ਐਗਜ਼ਾਮ ਦਾ। ਠੀਕ ਹੈ, ਪੇਪਰ 1 ਪੇਪਰ 2 ਦੋਨਾਂ ਦੇ ਲਈ ਰਹਿਣ ਵਾਲੀ ਹੈ ਔਰ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਅੱਜ ਦੀ ਕਲਾਸ ਹੈ। ਕਿਉਂਕਿ ਇਸ ਦੇ ਵਿੱਚ ਆਪਾਂ ਪ੍ਰੀਵੀਅਸ ਈਅਰ ਕੁਐਸਚਨਸ ਨੂੰ ਡਿਸਕਸ ਕਰ ਰਹੇ ਹਾਂ, ਪੈਸੇਜ ਨੂੰ ਡਿਸਕਸ ਕਰ ਰਹੇ ਹਾਂ, ਅਤੇ ਜਿਹੜਾ ਆਪਣਾ ਪਹਿਲਾ ਚੈਪਟਰ ਹੋ ਚੁੱਕਿਆ ਹੈ ਉਹਦੇ ਆਪਾਂ MCQs ਦੇ ਨਾਲ ਪ੍ਰੈਕਟਿਸ ਕਰਾਂਗੇ। ਆਫਟਰ ਦੈਟ ਨੈਕਸਟ ਕਲਾਸ ਹੋਏਗੀ ਸੈਕਿੰਡ ਚੈਪਟਰ ਤੋਂ ਸਟਾਰਟ। ਠੀਕ ਹੈ ਜੀ, ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਓ। ਟੈਲੀਗ੍ਰਾਮ ਗਰੁੱਪ ਦਾ ਜੋ ਲਿੰਕ ਹੈ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਭੇਜ ਦਿੱਤਾ ਹੈ। ਜੋ ਵੀ ਤੁਹਾਨੂੰ ਇਨਫੋਰਮੇਸ਼ਨ ਹੈ, ਨੋਟਸ ਨੇ, ਜਿਵੇਂ ਕਿ ਕੱਲ੍ਹ ਜੋ ਆਪਣਾ ਚੈਪਟਰ ਕੰਪਲੀਟ ਹੋਇਆ ਮੈंने ਉਸ ਦੀ ਪੂਰੀ ਪ੍ਰੈਜੈਂਟੇਸ਼ਨ ਭੇਜ ਦਿੱਤੀ ਸੀ ਗਰੁੱਪ ਦੇ ਵਿੱਚ, ਔਰ ਅੱਜ ਵੀ ਇੱਦਾਂ ਹੀ ਹੋਏਗਾ, ਤੁਹਾਨੂੰ ਉੱਥੇ ਭੇਜ ਦਿੱਤਾ ਜਾਂਦਾ ਹੈ। ਠੀਕ ਹੈ, ਤਾਂ ਮਤਲਬ ਯੂਜ਼ਫੁਲ ਹੋਏਗਾ ਟੈਲੀਗ੍ਰਾਮ ਗਰੁੱਪ, ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜਾਏਗਾ ਤੁਹਾਨੂੰ। ਠੀਕ ਹੈ ਜੀ, ਸੋ ਟਾਈਮ ਨਹੀਂ ਵੇਸਟ ਕਰਦੇ, ਸਟਾਰਟ ਕਰਦੇ ਹਾਂ। 25 ਕੁਐਸਚਨਸ ਹੋਣਗੇ ਅੱਜ, ਇਹਨਾਂ ਨੂੰ ਡਿਸਕਸ ਕਰਾਂਗੇ। ਉਸ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ, ਸ਼ੇਅਰ ਕਰ ਦਿਓ ਜ਼ਿਆਦਾ ਤੋਂ ਜ਼ਿਆਦਾ ਆਪਣੇ ਫਰੈਂਡਸ ਦੇ ਨਾਲ, ਸਬਸਕ੍ਰਾਈਬ ਕਰ ਦਿਓ ਜੇਕਰ ਹਾਲੇ ਤੱਕ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ, ਐਂਡ ਡੋਂਟ ਫੋਰਗੇਟ ਟੂ ਲਾਈਕ ਆਲਸੋ। ਚਲੋ ਕਰੀਏ ਸਟਾਰਟ। ਸਭ ਤੋਂ ਪਹਿਲਾ ਕੁਐਸਚਨ ਤੁਹਾਡੇ ਸਾਹਮਣੇ ਰਿਹਾ ਇਹ ਵਾਲਾ ਕੁਐਸਚਨ। ਤੁਸੀਂ ਕੋਸ਼ਿਸ਼ ਕਰਨੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਪੌਜ਼ ਕਰ ਲਵੋ, ਸਭ ਤੋਂ ਪਹਿਲਾਂ ਆਨਸਰ ਆਪ ਦੇਵੋ, ਖੁਦ ਆਨਸਰ ਦੇਵੋ। ਆਫਟਰ ਦੈਟ ਚੈੱਕ ਕਰੋ ਕਿ ਤੁਹਾਡਾ ਆਨਸਰ ਸਹੀ ਹੈ ਜਾਂ ਗਲਤ ਹੈ, ਤਾਂ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡਾ ਆਲ ਓਵਰ ਟੌਪਿਕ ਕੰਪਲੀਟ ਕਲੀਅਰ ਹੈਗਾ ਵੀ ਹੈ ਜਾਂ ਨਹੀਂ। ਠੀਕ ਹੈ, ਤਾਂ ਸਭ ਤੋਂ ਪਹਿਲਾ ਕੁਐਸਚਨ ਜੋ ਹੈ ਉਹ ਹੈ ਭਾਸ਼ਾਈ ਕੌਸ਼ਲ ਦਾ ਸੁਭਾਵਿਕ ਕ੍ਰਮ ਕੀ ਹੈ। ਹੁਣ ਕੌਸ਼ਲ ਆਪਾਂ ਨੇ ਪੜ੍ਹੇ ਸੀ, ਮੈਂ ਵੈਸੇ ਤਾਂ ਇਹ ਕੌਸ਼ਲ ਚੈਪਟਰ ਹੈ, ਸਪੈਸ਼ਲੀ ਇੱਕ ਚੈਪਟਰ ਹੈ ਜਿਹਦੇ ਵਿੱਚ ਆਪਾਂ ਚਾਰੋਂ ਕੌਸ਼ਲਸ ਨੂੰ ਡਿਟੇਲ ਦੇ ਵਿੱਚ ਪੜ੍ਹਾਂਗੇ, ਬਟ ਸਟਿਲ ਆਪਾਂ ਕੌਸ਼ਲਾਂ ਬਾਰੇ ਪੜ੍ਹ ਚੁੱਕੇ ਹਾਂ। ਮੈਂ ਤੁਹਾਨੂੰ ਇਹ ਚੀਜ਼ ਆਲਰੇਡੀ ਦੱਸ ਚੁੱਕੀ ਹਾਂ ਕਿ ਬੱਚੇ ਦੇ ਅੰਦਰ ਕਿਸ ਤਰੀਕੇ ਨਾਲ ਕੌਸ਼ਲ ਡਿਵੈਲਪ ਹੁੰਦੇ ਨੇ। ਤਾਂ ਸਭ ਤੋਂ ਪਹਿਲਾਂ ਬੱਚਾ ਕੀ ਕਰਨਾ ਸ਼ੁਰੂ ਕਰ ਦਿੰਦਾ? ਧਿਆਨ ਨਾਲ ਦੇਖੋ, ਜਦੋਂ ਤੁਹਾਡਾ ਬੱਚਾ ਬਿਲਕੁਲ ਹੀ ਛੋਟਾ ਜਿਹਾ ਹੈ ਤਾਂ ਉਹ ਸਭ ਤੋਂ ਪਹਿਲਾਂ ਕੀ ਕਰੇਗਾ, ਕੀ ਉਹ ਬੋਲੇਗਾ। ਦੇਖੋ ਪਹਿਲਾਂ ਤੁਹਾਨੂੰ ਦੱਸਦੀ ਹਾਂ ਕਿ 4 ਕੌਸ਼ਲ ਹੁੰਦੇ ਆ। ਕਿਹੜੇ ਹੁੰਦੇ ਆ ਜੀ? ਇੱਕ ਤਾਂ ਹੁੰਦਾ ਹੈ ਸੁਣਨਾ, ਲਿਖਣਾ, ਪੜ੍ਹਨਾ ਅਤੇ ਬੋਲਣਾ। ਤਾਂ ਸਭ ਤੋਂ ਪਹਿਲਾਂ ਬੱਚਾ ਕੀ ਕਰਨਾ ਸ਼ੁਰੂ ਕਰਦਾ ਹੈ? ਸਭ ਤੋਂ ਪਹਿਲਾਂ ਬੱਚਾ ਸੁਣਨਾ ਸ਼ੁਰੂ ਕਰਦਾ ਹੈ। ਪਹਿਲਾਂ ਉਹ ਸੁਣਦਾ ਹੈ, ਸੁਣ ਕੇ ਉਸਨੂੰ ਸਮਝਦਾ ਹੈ, ਕਾਪੀ ਕਰਨ ਦੀ ਕੋਸ਼ਿਸ਼ ਕਰਦਾ ਹੈ। ਤਾਂ ਜੇਕਰ ਤੁਹਾਨੂੰ ਨਹੀਂ ਵੀ ਸਮਝ ਆ ਰਿਹਾ ਤਾਂ ਤੁਹਾਨੂੰ ਇਹ ਤਾਂ ਤੁਸੀਂ ਥੋੜ੍ਹਾ ਦਿਮਾਗ ਲਗਾ ਸਕਦੇ ਹੋ ਕਿ ਸਭ ਤੋਂ ਪਹਿਲਾਂ ਬੱਚਾ ਸੁਣਦਾ ਹੈ। ਤਾਂ ਜਿਹੜੇ ਆਪਸ਼ਨਸ ਦੇ ਵਿੱਚ ਸੁਣਨਾ ਨੂੰ ਪਹਿਲੀ ਜਗ੍ਹਾ ਨਹੀਂ ਦਿੱਤੀ ਹੋਈ, ਉਹ ਸਾਰੀਆਂ ਆਪਸ਼ਨਸ ਕੀ ਹੋ ਜਾਣਗੀਆਂ? ਗਲਤ ਹੋ ਜਾਣਗੀਆਂ। ਔਰ ਇਸ ਤਰੀਕੇ ਨਾਲ ਐਲੀਮੀਨੇਸ਼ਨ ਮੈਥਡ ਲਗਾ ਕੇ ਹਾਫ ਨੌਲੇਜ ਦੇ ਨਾਲ ਵੀ ਤੁਸੀਂ ਆਪਣਾ ਆਨਸਰ ਜੋ ਹੈ ਉਹ ਬਿਲਕੁਲ ਕਰੈਕਟ ਕਰ ਸਕਦੇ ਹੋ। ਠੀਕ ਹੈ, ਬਟ ਸਟਿਲ ਅੱਗੇ ਆਪਾਂ ਪੜ੍ਹਾਂਗੇ। ਸੁਣਨ ਤੋਂ ਬਾਅਦ ਬੱਚਾ ਕੀ ਕਰਨਾ ਸ਼ੁਰੂ ਕਰ ਦਿੰਦਾ ਹੈ ਜੀ? ਬੋਲਣਾ ਸ਼ੁਰੂ ਕਰ ਦਿੰਦਾ ਹੈ। ਸੈਕਿੰਡ ਇਜ਼ ਮੌਖਿਕ। ਠੀਕ ਹੈ, ਫਿਰ ਪੜ੍ਹਨਾ ਸ਼ੁਰੂ ਕਰਦਾ ਹੈ, ਫਿਰ ਉਸ ਤੋਂ ਬਾਅਦ ਉਹ ਲਿਖਣਾ ਸ਼ੁਰੂ ਕਰਦਾ ਹੈ। ਤਾਂ ਰਾਈਟ ਕ੍ਰਮ ਕਿਹੜਾ ਹੋਏਗਾ? ਸੁਣਨਾ, ਬੋਲਣਾ, ਪੜ੍ਹਨਾ ਅਤੇ ਲਿਖਣਾ। ਹੁਣ ਆਪਾਂ ਨੂੰ ਨਹੀਂ ਪਤਾ, ਮੋਸਟ ਆਫ ਦ ਸਟੂਡੈਂਟ ਸੋਚਣਗੇ ਕਿ ਵਾਚਨ ਕੀ ਹੋਇਆ, ਹੁਣ ਇਹ ਡਿਫੀਕਲਟ ਨੇਮ ਯੂਜ਼ ਕਰ ਲਿਆ ਉਹਨਾਂ ਨੇ। ਤਾਂ ਆਪਾਂ ਐਲੀਮੀਨੇਸ਼ਨ ਮੈਥਡ ਲਗਾ ਕੇ ਵੀ ਕਰ ਸਕਦੇ, ਕਿਉਂਕਿ ਮੌਖਿਕ ਸੁਣਨਾ ਲਿਖਣਾ ਤਾਂ ਆਪਾਂ ਨੂੰ ਪਤਾ, ਤਾਂ ਉਹਦੇ ਅਕੋਰਡਿੰਗ ਆਪਾਂ ਨੂੰ ਵਾਚਨ ਵੀ ਸਮਝ ਆ ਜਾਊਗਾ ਕਿ ਹਾਂਜੀ ਕੀ ਹੁੰਦਾ, ਪੜ੍ਹਨਾ ਹੁੰਦਾ। ਬਟ ਸਟਿਲ ਆਪਣੇ ਮਾਈਂਡ ਦੇ ਵਿੱਚ ਇੱਦਾਂ ਦੇ ਵਰਡਸ ਨੂੰ ਕਲੀਅਰ ਰੱਖੋ, ਵਾਚਨ ਦਾ ਮਤਲਬ ਹੁੰਦਾ ਹੈ ਪੜ੍ਹਨਾ। ਠੀਕ ਹੈ ਜੀ, ਕਲੀਅਰ ਹੈ? ਚਲੋ ਇਹ ਸੀਗਾ ਆਪਣਾ ਫਸਟ ਕੁਐਸਚਨ ਤੋਂ ਬਾਅਦ ਚੱਲਦੇ ਹਾਂ ਸੈਕਿੰਡ ਕੁਐਸਚਨ ਦੇ ਉੱਪਰ। ਡੈਫੀਨੇਸ਼ਨ ਨੂੰ ਯਾਦ ਕਰੋ, ਮੈਂ ਤੁਹਾਨੂੰ ਕਰਵਾਈਆਂ ਸੀਗੀਆਂ, ਔਰ ਜਿਸ ਦੇ ਵਿੱਚ ਵਾਈਗੋਸਕੀ ਦੀ ਵੀ ਇੱਕ ਡੈਫੀਨੇਸ਼ਨ ਸੀ, ਔਰ ਉਹ ਕਲੀਅਰਲੀ ਦੱਸਦੀ ਸੀ ਕਿ ਵਾਈਗੋਸਕੀ ਕਿਸ ਚੀਜ਼ ਵੱਲ ਜ਼ਿਆਦਾ ਆਪਣਾ ਫੋਕਸ ਰੱਖਦੇ ਨੇ, ਕਿਸ ਚੀਜ਼ ਨੂੰ ਜ਼ਿਆਦਾ ਉਹ ਕਿਸ ਦੇ ਜ਼ਿਆਦਾ ਫੇਵਰ ਦੇ ਵਿੱਚ ਨੇ, ਹੈ ਨਾ। ਅਤੇ ਇਹੀ ਕੁਐਸਚਨ ਆਪਣੇ ਕੋਲ ਆ ਜਾਂਦਾ। ਵਾਈਗੋਸਕੀ ਦੇ ਅਨੁਸਾਰ ਭਾਸ਼ਾ ਸਿੱਖਣ ਵਿੱਚ ਕਿਸ ਦੀ ਖਾਸ ਭੂਮਿਕਾ ਹੈ? ਮਤਲਬ ਇੱਕ ਬੱਚਾ ਅਗਰ ਲੈਂਗੁਏਜ ਸਿੱਖ ਰਿਹਾ ਹੈ ਤਾਂ ਉਸਦੇ ਵਿੱਚ ਖਾਸ ਭੂਮਿਕਾ ਕਿਸ ਦੀ ਹੈ? 4 ਤੁਹਾਨੂੰ ਆਪਸ਼ਨਸ ਦੇਤੀਆਂ ਇੱਥੇ, ਜਸਟ ਵੇਟ ਫॉर 1 ਮਿੰਟ।
हाँ जी, 4 ਤੁਹਾਨੂੰ ਆਪਸ਼ਨਸ ਦੇਤੀਆਂ ਇੱਥੇ। ਫਸਟ ਆਪਸ਼ਨ ਹੈ ਸਕੂਲ, ਸੈਕਿੰਡ ਹੈ ਮੀਡੀਆ, ਥਰਡ ਹੈ ਦਿਮਾਗ ਔਰ ਫੋਰਥ ਹੈ ਸਮਾਜ। ਤਾਂ ਵਾਈਗੋਸਕੀ ਇੱਕ ਸਾਈਕੋਲੋਜਿਸਟ ਸੀਗੇ ਜਿਨ੍ਹਾਂ ਨੇ ਆਪਣੇ ਪੂਰੀ ਥਿਊਰੀ ਦੇ ਵਿੱਚ ਸਮਾਜ ਨੂੰ ਬਹੁਤ ਜ਼ਿਆਦਾ ਉਹਨਾਂ ਨੇ ਮਤਲਬ ਸਮਾਜਿਕ ਮਨੋਵਿਗਿਆਨੀ ਤੁਸੀਂ ਵਾਈਗੋਸਕੀ ਨੂੰ ਕਹਿ ਸਕਦੇ ਹੋ ਹੈਗੇ ਸੀਗੇ। ਅਤੇ ਇਹਦੇ ਵਿੱਚ ਆਪਾਂ ਡੈਫੀਨੇਸ਼ਨ ਦੇ ਵਿੱਚ ਵੀ ਕਲੀਅਰਲੀ ਪੜ੍ਹ ਕੇ ਆਏ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਬੱਚਾ ਜੋ ਹੈ ਉਹ ਸਮਾਜ ਤੋਂ ਬਿਨਾਂ ਆਪਣੀ ਭਾਸ਼ਾ ਨੂੰ ਸਿੱਖ ਹੀ ਨਹੀਂ ਸਕਦਾ, ਪੋਸੀਬਲ ਹੀ ਨਹੀਂ ਹੈਗਾ, ਜੋ ਕਿ ਕਲੀਅਰਲੀ ਬਿਲਕੁਲ ਸਹੀ ਵੀ ਹੈ ਔਰ ਪ੍ਰੈਕਟੀਕਲ ਵੀ ਹੈ। ਠੀਕ ਹੈ ਜੀ, ਤਾਂ ਇਹਦਾ ਆਪਸ਼ਨ ਕੀ ਹੋਏਗਾ? ਰਾਈਟ, ਡੀ ਆਪਸ਼ਨ ਹੋਏਗਾ। ਥਰਡ ਅਗਰ ਆਪਾਂ ਗੱਲ ਕਰੀਏ, ਥਰਡ ਕੁਐਸਚਨ ਤੁਹਾਡੇ ਸਾਹਮਣੇ ਹੈ। ਥਰਡ ਕੁਐਸਚਨ ਕੀ ਹੈ? ਇਹ ਸਾਰੇ ਐਗਜ਼ਾਮ ਦੇ ਵਿੱਚ ਆਏ ਹੋਏ ਕੁਐਸਚਨ ਨੇ, ਠੀਕ ਹੈ, ਸਪੈਸ਼ਲੀ ਚੁਣ ਕੇ ਰੱਖੇ ਹੋਏ ਆ ਤੁਹਾਡੇ ਲਈ। ਤਾਂ ਪ੍ਰਾਇਮਰੀ ਪੱਧਰ 'ਤੇ ਬੱਚਾ ਜਮਾਤ ਵਿੱਚ ਗੱਲਾਂ ਬਾਤਾਂ ਕਰਦੇ ਹੋਏ ਬਾਰ-ਬਾਰ ਕੀ ਕਰ ਰਿਹਾ? ਆਪਣੀ ਮਾਂ ਬੋਲੀ ਦਾ ਇਸਤੇਮਾਲ ਕਰ ਰਿਹਾ। ਫੋਰ ਐਗਜ਼ਾਮਪਲ ਬੱਚਾ ਸਕੂਲ ਦੇ ਵਿੱਚ ਜਾਂਦਾ, ਗੱਲ ਦੇ ਵਿੱਚ ਮਤਲਬ ਟੀਚਰ ਕਹਿ ਦਿੰਦੇ ਆ ਕਿ ਹੈ ਨਾ ਹਿੰਦੀ ਬੋਲੋ ਜਾਂ ਕੁਛ ਵੀ ਇੰਗਲਿਸ਼ ਬੋਲੋ ਸੈਕਿੰਡ ਲੈਂਗੁਏਜ ਸਿਖਾਉਣ ਦੇ ਲਈ, ਤਾਂ ਗੱਲ ਦੇ ਵਿੱਚ ਕੀ ਕਰ ਰਿਹਾ? ਪੰਜਾਬੀ ਲੈਂਗੁਏਜ ਦਾ ਯੂਜ਼ ਕਰੀ ਜਾ ਰਿਹਾ। ਫੋਰ ਐਗਜ਼ਾਮਪਲ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਤਾਂ ਉਸ ਕੰਡੀਸ਼ਨ ਦੇ ਵਿੱਚ ਐਜ਼ ਅ ਟੀਚਰ ਤੁਸੀਂ ਕੀ ਕਰੋਗੇ? ਸਭ ਤੋਂ ਪਹਿਲੀ ਗੱਲ ਕਿ ਤੁਸੀਂ ਮਾਂ ਬੋਲੀ ਦਾ ਇਸਤੇਮਾਲ ਕਰਨ ਤੋਂ ਮਨਾ ਕਰ ਦੋਗੇ, ਬੱਚੇ ਨੂੰ ਕਹਿ ਦੋਗੇ ਕਿ ਨਹੀਂ ਜੀ ਪੰਜਾਬੀ ਨਹੀਂ ਬੋਲਣੀ। ਸੈਕਿੰਡ, ਉਸਨੂੰ ਨਿਰੋਲ ਪੰਜਾਬੀ ਵਰਤਣ ਦੇ ਲਈ ਮਜਬੂਰ ਕਰੋਗੇ। ਚਲੋ ਇਹ ਤਾਂ ਮਤਲਬ ਪੰਜਾਬੀ ਲੈਂਗੁਏਜ ਦੇ ਅਕੋਰਡਿੰਗ ਹੈ, ਮੈਂ ਜਿਹੜੀ ਐਗਜ਼ਾਮਪਲ ਲਈ ਆ ਉਸ ਦੇ ਅਕੋਰਡਿੰਗ ਬੈਠੇਗਾ ਕਿ ਤੁਸੀਂ ਉਸਨੂੰ ਇੰਗਲਿਸ਼ ਬੋਲਣ ਲਈ ਮਜਬੂਰ ਕਰੋਗੇ, ਹੈ ਨਾ। ਉਸਦੀ ਗੱਲ ਚਾਅ ਨਾਲ ਸੁਣਦੇ ਹੋਏ ਪੰਜਾਬੀ ਦੇ ਵਿੱਚ ਦੁਹਰਾਓਗੇ। ਕੀ ਰਿਪੀਟ ਕਰੋਗੇ ਕਿ ਹਾਂਜੀ ਉਸਦੀ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸੁਣੋਗੇ ਉਸਦੀ ਮਦਰ ਟੰਗ ਦੇ ਵਿੱਚ। ਫਿਰ ਜੋ ਉਹ ਕਹਿ ਰਿਹਾ ਹੈ ਅਤੇ ਜਿਹੜੀ ਭਾਸ਼ਾ ਤੁਸੀਂ ਉਹਨੂੰ ਸਿਖਾਉਣਾ ਚਾਹੁੰਦੇ ਹੋ ਉਹਦੇ ਵਿੱਚ ਰਿਪੀਟ ਕਰ ਦਿੰਦਾ। ਮੈਂ ਥੋੜੀ ਐਗਜ਼ਾਮਪਲ ਇਹਦੇ ਵਿੱਚ ਉਲਟ ਲੈ ਲਈ, ਓਪੋਜ਼ਿਟ ਲੈ ਲਈ। ਔਰ ਲਾਸਟ ਆਪਸ਼ਨ ਕੀ ਹੈ? ਸਾਰੀ ਜਮਾਤ ਨੂੰ ਠੀਕ ਸ਼ਬਦ ਦਾ ਉਚਾਰਨ ਕਰਵਾਉਂਗੇ। ਦੇਖੋ ਕਦੇ ਵੀ ਤੁਸੀਂ ਛੋਟੇ ਬੱਚੇ ਨੂੰ ਸਪੈਸ਼ਲੀ ਪ੍ਰਾਇਮਰੀ ਪੱਧਰ ਦੇ ਵਿੱਚ ਕਿਸੇ ਵੀ ਬੱਚੇ ਨੂੰ ਤੁਸੀਂ ਫੋਰਸ ਨਹੀਂ ਕਰ ਸਕਦੇ ਕਿ ਤੁਸੀਂ ਆਪਣੀ ਮਦਰ ਟੰਗ ਯੂਜ਼ ਨਹੀਂ ਕਰਨੀ। ਅਗਰ ਤੁਸੀਂ ਪੰਜਾਬੀ ਸਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਬੱਚਾ ਆਪਣੀ ਮਦਰ ਟੰਗ ਬੋਲ ਰਿਹਾ, ਫੋਰ ਐਗਜ਼ਾਮਪਲ ਕੋਈ ਵੀ ਅਨਦਰ ਲੈਂਗੁਏਜ ਹਿੰਦੀ ਬੋਲ ਰਿਹਾ ਫੋਰ ਐਗਜ਼ਾਮਪਲ, ਤਾਂ ਤੁਸੀਂ ਉਸਨੂੰ ਮਨਾ ਨਹੀਂ ਕਰੋਗੇ ਕਿਉਂਕਿ ਉਸ ਦੇ ਵਿੱਚ ਕੰਫਰਟੇਬਲ ਹੈ ਨਾ, ਤਾਂ ਉਸ ਦੇ ਵਿੱਚ ਉਹ ਗੱਲ ਸਮਝ ਸਕਦਾ ਅਤੇ ਦੱਸ ਵੀ ਸਕਦਾ, ਤਾਂ ਮਨਾ ਤਾਂ ਨਹੀਂ ਕਰੋਗੇ। ਸੈਕਿੰਡ, ਉਸਨੂੰ ਕੀ ਹੈ? ਨਿਰੋਲ ਪੰਜਾਬੀ ਬੋਲਣ ਲਈ ਫੋਰਸ ਵੀ ਨਹੀਂ ਕਰੋਗੇ ਕਿ ਤੂੰ ਤਾਂ ਪੰਜਾਬੀ ਹੀ ਬੋਲ, ਤੇ ਨਹੀਂ ਹੋਰ ਕੋਈ ਲੈਂਗੁਏਜ ਨਹੀਂ ਬੋਲਣੀ, ਦੈਟ ਇਜ਼ ਆਲਸੋ ਵੈਰੀ ਰੋਂਗ। ਠੀਕ ਹੈ ਜੀ। ਥਰਡ ਆਪਸ਼ਨ ਆਪਣੇ ਕੋਲ ਆ ਜਾਂਦਾ, ਉਸਦੀ ਗੱਲ ਨੂੰ ਸੁਣੋਗੇ ਅਤੇ ਉਸਨੂੰ ਪੰਜਾਬੀ ਦੇ ਵਿੱਚ ਦੁਹਰਾਓਗੇ। ਬਿਲਕੁਲ ਜੋ ਉਹ ਆਪ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਆਪਸ਼ਨ ਬਿਲਕੁਲ ਸਹੀ ਹੈ। ਇਸ ਆਪਸ਼ਨ ਦਾ ਹੀ ਆਪਣੇ ਕੋਲ ਮਤਲਬ ਇਹੀ ਆਪਣੇ ਕੋਲ ਰਾਈਟ ਆਨਸਰ ਹੈ ਕਿ ਜੋ ਉਹ ਕਹਿ ਰਿਹਾ ਹੋਏਗਾ ਆਪਣੀ ਮਦਰ ਟੰਗ ਦੇ ਵਿੱਚ ਉਸਨੂੰ ਸੁਣੋਗੇ ਔਰ ਉਸ ਗੱਲ ਨੂੰ ਰਿਪੀਟ ਕਰੋਗੇ। ਜੋ ਭਾਸ਼ਾ ਤੁਸੀਂ ਉਹਨੂੰ ਸਿਖਾਉਣਾ ਚਾਹੁੰਦੇ ਹੋ, ਫੋਰ ਐਗਜ਼ਾਮਪਲ ਪੰਜਾਬੀ ਸਿਖਾਉਣਾ ਚਾਹੁੰਦੇ ਹੋ ਤਾਂ ਪੰਜਾਬੀ ਦੇ ਵਿੱਚ ਰਿਪੀਟ ਕਰੋਗੇ, ਜਿਹਦੇ ਨਾਲ ਬੱਚਾ ਸਮਝ ਲਏਗਾ ਕਿ ਹਾਂਜੀ ਠੀਕ ਹੈ, ਇਸਨੂੰ ਪੰਜਾਬੀ ਭਾਸ਼ਾ ਦੇ ਵਿੱਚ ਇਸ ਤਰੀਕੇ ਨਾਲ ਬੋਲਿਆ ਜਾ ਸਕਦਾ ਹੈ। ਠੀਕ ਹੈ, ਦਿਸ ਇਜ਼ ਆਲਸੋ ਰੋਂਗ ਆਪਸ਼ਨ। ਆਪਾਂ ਇੱਕ ਬੱਚੇ ਦੀ ਗੱਲ ਕਰ ਰਹੇ ਹਾਂ, ਸਾਰੀ ਜਮਾਤ ਦੀ ਨਹੀਂ। ਠੀਕ ਹੈ। ਫੋਰਥ ਕੁਐਸਚਨ ਕੀ ਹੈ ਆਪਣੇ ਕੋਲ? ਇਹ ਵੀ ਆਇਆ ਹੋਇਆ ਕੁਐਸਚਨ ਹੈ। ਪ੍ਰਾਇਮਰੀ ਪੱਧਰ 'ਤੇ ਮਾਤ ਭਾਸ਼ਾ ਸਿੱਖਿਆ ਦਾ ਵਿਧਾਨ ਕਿਹੜੇ ਸੰਵਿਧਾਨ ਦੀ ਧਾਰਾ ਦੇ ਵਿੱਚ ਹੈ? ਤਾਂ 338 ਦੇ ਵਿੱਚ ਹੈ, 341 ਦੇ ਵਿੱਚ ਹੈ, 352 ਦੇ ਵਿੱਚ ਜਾਂ 351 ਦੇ ਵਿੱਚ। ਇਸ ਨੂੰ ਤੁਸੀਂ ਯਾਦ ਰੱਖੋਗੇ, ਕਲੀਅਰ ਰੱਖੋਗੇ ਕਿ 351 ਦੇ ਵਿੱਚ ਆਪਣੇ ਕੋਲੇ ਜੋ ਹੈ ਪ੍ਰਾਇਮਰੀ ਪੱਧਰ 'ਤੇ ਮਾਤ ਭਾਸ਼ਾ ਦੀ ਸਿੱਖਿਆ ਦਾ ਵਿਧਾਨ ਸ਼ਾਮਿਲ ਹੈ। ਕਿਸ ਦੇ ਵਿੱਚ? ਸੰਵਿਧਾਨ ਦੀ ਧਾਰਾ 351 351 ਦੇ ਵਿੱਚ। ਠੀਕ ਹੈ ਜੀ। ਹੁਣ ਦੇਖੋ ਇਹ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਵੇਂ ਇੱਕ ਪੈਸੇਜ ਤੁਹਾਡੇ ਲਈ ਰੱਖਿਆ ਗਿਆ, ਇਹ ਪੈਸੇਜ ਹੈ ਜਿਸ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਰੀਡ ਕਰਾਂਗੇ। ਪੈਸੇਜ ਨੂੰ ਰੀਡ ਕਰਨ ਦੇ ਬਹੁਤ ਸਾਰੇ ਤਰੀਕੇ ਹੁੰਦੇ ਆ। ਇੱਦਾਂ ਨਹੀਂ ਹੁੰਦਾ ਕਿ ਕੁਝ ਬੱਚੇ ਕੀ ਕਰਦੇ ਆ ਪਹਿਲਾਂ ਪੈਸੇਜ ਰੀਡ ਕਰਦੇ ਆ, ਕੁਝ ਬੱਚੇ ਕੀ ਕਰਦੇ ਆ ਪਹਿਲਾਂ ਕੁਐਸਚਨਸ ਰੀਡ ਕਰਦੇ ਆ, ਹੈ ਨਾ, ਉਹਨਾਂ ਦਾ ਆਪਣਾ ਆਪਣਾ ਕੰਫਰਟ ਜ਼ੋਨ ਹੈ। ਬਟ ਆਈ ਵਿਲ ਪ੍ਰੇਫਰ ਕਿ ਪਹਿਲਾਂ ਕੁਐਸਚਨਸ ਨੂੰ ਇੱਕ ਵਾਰੀ ਰੀਡ ਕਰ ਲਓ। ਇਹਦਾ ਰੀਜ਼ਨ ਕੀ ਹੈ? ਇੱਕ ਵਾਰੀ ਤੁਹਾਡੇ ਕੋਲ ਦੇਖੋ ਪੈਸੇਜ ਵੀ ਹੈ, ਕੁਐਸਚਨਸ ਵੀ ਨੇ। ਮੈਂ ਤੁਹਾਨੂੰ ਇੱਦਾਂ ਨਹੀਂ ਕਹਿ ਰਹੀ ਕਿ ਪਹਿਲਾਂ ਕੁਐਸਚਨਸ ਨੂੰ ਰੀਡ ਕਰਕੇ ਟਿਕ ਵਗੈਰਾ, ਨਹੀਂ, ਇੱਦਾਂ ਦਾ ਕੁਛ ਨਹੀਂ ਹੈ। ਤੁਸੀਂ ਜਸਟ ਇੱਕ ਵਾਰੀ ਕੁਐਸਚਨਸ ਨੂੰ ਰੀਡ ਕਰੋ, ਇੱਕ ਵਾਰੀ ਫਟਾਫਟ ਉਸਨੂੰ 2-3 ਸੈਕਿੰਡ ਦੇ ਅੰਦਰ ਅੰਦਰ ਸਾਰੇ ਕੁਐਸਚਨਸ ਨੂੰ ਰੀਡ ਕਰ ਲਓ। ਇਹਦੇ ਨਾਲ ਕੀ ਹੋਊਗਾ? ਤੁਹਾਡੇ ਮਾਈਂਡ ਦੇ ਵਿੱਚ ਰਹਿ ਜਾਊਗਾ ਕਿ ਹਾਂਜੀ ਠੀਕ ਹੈ, ਇਹ ਕੁਐਸਚਨ ਹੈਗੇ ਹੈ ਔਰ ਇਹ ਚੀਜ਼ਾਂ ਆਪਾਂ ਹਾਈਲਾਈਟ ਕਰਨੀਆਂ ਨੇ ਜਿਹਦੇ ਬਾਰੇ ਪੁੱਛਿਆ ਗਿਆ। ਆਫਟਰ ਦੈਟ ਪੈਸੇਜ ਨੂੰ ਰੀਡ ਕਰੋ। ਅਗਰ ਤੁਹਾਨੂੰ ਇੱਕ ਵਾਰੀ ਪੈਸੇਜ ਰੀਡ ਕਰਕੇ ਸਮਝ ਨਹੀਂ ਆਉਂਦਾ ਤਾਂ ਦੁਬਾਰਾ ਰੀਡ ਕਰ ਲਓ, ਕੋਈ ਗੱਲ ਨਹੀਂ, ਕਿਉਂਕਿ ਇਸ ਪੈਸੇਜ ਦੇ ਵਿੱਚੋਂ 8 ਕੁਐਸਚਨ ਤਾਂ ਤੁਹਾਡੇ ਕਵਰ ਹੁੰਦੇ ਹੀ ਹੁੰਦੇ ਨੇ ਔਰ 8 ਮਾਰਕਸ ਬਹੁਤ ਜ਼ਿਆਦਾ ਮਾਰਕਸ ਹੁੰਦੇ ਨੇ ਇੱਕ ਐਗਜ਼ਾਮ ਨੂੰ ਕਲੀਅਰ ਕਰਨ ਦੇ ਲਈ, ਹੈ ਨਾ। ਤਾਂ ਉਸ ਚੀਜ਼ ਦਾ ਧਿਆਨ ਰੱਖਣਾ ਹੈ। ਆਫਟਰ ਦੈਟ ਇੱਕ ਵਾਰੀ ਨਹੀਂ ਸਮਝ ਆਉਂਦਾ, ਦੂਜੀ ਵਾਰੀ ਪੈਰਾ ਪੜ੍ਹ ਲਓ, ਕੋਈ ਗੱਲ ਨਹੀਂ। ਬਟ ਇੱਦਾਂ ਧਿਆਨ ਰੱਖਣਾ ਹੈ ਕਿ ਤੁਸੀਂ ਆਰਾਮ ਨਾਲ ਪੜ੍ਹਨਾ ਹੈ। ਜਲਦਬਾਜ਼ੀ ਦੇ ਵਿੱਚ ਪੜ੍ਹੋਗੇ ਫਿਰ ਤਾਂ ਚਾਹੇ 5 ਵਾਰੀ ਪੜ੍ਹ ਲਓ, ਫਿਰ ਤੁਹਾਡਾ ਫਿਰ ਵੀ ਨਹੀਂ ਕਲੀਅਰ ਹੋਣਾ ਕਿ ਕੀ ਕਿਹਾ ਗਿਆ ਪੈਸੇਜ ਦੇ ਵਿੱਚ। ਆਰਾਮ ਨਾਲ ਧਿਆਨ ਨਾਲ ਪੜ੍ਹੋ। ਠੀਕ ਹੈ। ਹੁਣ ਇਹ ਤੁਹਾਡੇ ਸਾਹਮਣੇ ਪੈਸੇਜ ਦਿੱਤਾ ਹੋਇਆ ਔਰ ਇਸ ਤੋਂ ਬਾਅਦ ਇਹ ਕੁਐਸਚਨਸ ਦਿੱਤੇ ਹੋਏ ਨੇ। ਇੱਕ ਵਾਰੀ ਆਪਾਂ ਕੁਐਸਚਨ 'ਤੇ ਨਜ਼ਰ ਮਾਰ ਲੈਂਦੇ ਹਾਂ। ਸਭ ਤੋਂ ਪਹਿਲਾ ਕੁਐਸਚਨ ਹੈ ਉਥਲ ਪੁਥਲ ਤੋਂ ਕੀ ਭਾਵ ਹੈ? ਠੀਕ ਹੈ। ਤਣਾਅ ਵਧਣ ਦੀ ਸੰਭਾਵਨਾ ਬਾਰੇ ਪੁੱਛਿਆ ਹੋਇਆ। ਵਾਰਤਕ ਦੇ ਪਹਿਲੇ ਪੈਰੇ ਵਿੱਚੋਂ ਸਪਸ਼ਟ ਹੁੰਦੀ ਹੈ, ਮਤਲਬ ਕੀ ਸਪਸ਼ਟ ਹੁੰਦਾ ਹੈ? ਪਹਿਲੇ ਪੈਰੇ ਦੇ ਵਿੱਚੋਂ ਲੇਖਕ ਕੀ ਕਹਿਣਾ ਚਾਹੁੰਦਾ ਹੈ?
ਜ਼ਿੰਦਗੀ ਦੇ ਵਿੱਚ ਨਿਰਾਸ਼ਾ, ਬੰਦਿਸ਼, ਆਤਮਹੀਨਤਾ, ਇਹਨਾਂ ਸਾਰੀਆਂ ਚੀਜ਼ਾਂ ਨੇ ਮਨੁੱਖ ਨੂੰ ਕੀ ਬਣਾ ਦਿੱਤਾ। ਜ਼ਿੰਦਗੀ ਦੇ ਵਿੱਚ ਕੋਈ ਵੀ ਖੇਤਰ ਇਸ ਤੋਂ ਅਪਹਿਜ ਨਹੀਂ ਰਹਿ ਗਿਆ। ਮਤਲਬ ਇਸ ਤੁਕ ਦਾ ਮਤਲਬ ਕੀ ਹੈ ਹਨਾ। ਲੇਖਕ ਕਿਹੜੇ ਕਿਹੜੇ ਤੱਤਾਂ ਨੂੰ ਨੁਕਸਾਨਦਾਇਕ ਮੰਨਦਾ ਹੈ। ਜੋ ਹੈ ਜਿਵੇਂ ਹੈ, ਇਹਦੇ ਬਾਰੇ ਆਪਣੇ ਤੋਂ ਪੁੱਛਿਆ ਗਿਆ। ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨਾ, ਇਸ ਤੋਂ ਕੀ ਮਤਲਬ ਹੈ ਹਨਾ। ਇਹ ਕੁਝ ਕੁਐਸਚਨ ਨੇ। ਉਸ ਤੋਂ ਬਾਅਦ ਆਪਣੇ ਰੈਂਡਮ ਕੁਐਸਚਨ ਸਟਾਰਟ ਹੋ ਜਾਣਗੇ। ਚਲੋ ਤਾਂ ਹੁਣ ਦੇਖੋ, ਇਸ ਦੇ ਵਿੱਚ ਆਪਾਂ ਪੜ੍ਹਨਾ ਸ਼ੁਰੂ ਕਰਦੇ ਹਾਂ ਪੈਰੇ ਨੂੰ। ਅੱਜ ਮਨੁੱਖ ਦੇ ਜੀਵਨ ਵਿੱਚ ਨਿਰਾਸ਼ਾ, ਅਵਿਸ਼ਵਾਸ, ਬੰਦਿਸ਼, ਆਤਮਹੀਨਤਾ ਛਾਈ ਹੋਈ ਹੈ। ਸਭ ਤੋਂ ਪਹਿਲਾਂ ਤਾਂ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਮਨੁੱਖ ਹੈ ਜੋ ਉਸਦੇ ਜੀਵਨ ਦੇ ਵਿੱਚ ਆਲਰੇਡੀ ਸੈਡਨੈਸ ਹੈ, ਕਿਸੇ ਦੇ ਉੱਪਰ ਵਿਸ਼ਵਾਸ ਨਹੀਂ ਕਰ ਰਿਹਾ, ਬੰਦਿਆ ਜਿਹਾ ਬੰਦਿਸ਼ ਦੇ ਵਿੱਚ ਹੈ ਤੇ ਆਤਮਹੀਨਤਾ ਛਾਈ ਹੋਈ ਹੈ। ਠੀਕ ਹੈ ਜੀ। ਉਸ ਵਿੱਚ ਜੀਵਨ ਦੇ ਆਦਰਸ਼ ਪ੍ਰਤੀ ਨਿਸ਼ਚੈਹੀਨ ਰਵੱਈਆ ਪੈਦਾ ਹੋ ਗਿਆ ਹੈ। ਮਤਲਬ ਉਹ ਕਿਸੇ, ਅਗਰ ਆਪਾਂ ਗੱਲ ਕਰੀਏ, ਹਾਂਜੀ, ਉਹ ਜੀਵਨ ਦੇ ਵਿੱਚ ਆਦਰਸ਼, ਹਾਂ ਮਤਲਬ ਉਸਦਾ ਕੋਈ ਮਤਲਬ ਨਿਸ਼ਚੈ ਨਹੀਂ ਹੈ। ਅਸੀਂ ਦੇਖਦੇ ਹਾਂ ਕਿ ਆਦਰਸ਼ ਅਤੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਪ੍ਰਤੀ ਇੱਕ ਨਕਾਰਾਤਮਕ ਦ੍ਰਿਸ਼ਟੀਕੋਣ ਕਿਸੇ ਇੱਕ ਖਿੱਤੇ ਵਿੱਚ ਵੀ, ਆਈ ਥਿੰਕ ਸੋ ਇੱਦਾਂ ਦਾ ਕੋਈ ਕੁਐਸਚਨ ਆਇਆ ਹੋਇਆ ਸੀ ਹੈ ਨਾ। ਅਤੇ ਇੱਕ ਵਾਰੀ ਆਪਾਂ ਹਾਈਲਾਈਟ ਕਰ ਲੈਂਦੇ, ਕਿਉਂਕਿ ਐਗਜ਼ੈਕਟ ਕੁਐਸਚਨ ਆਪਾਂ ਨੂੰ ਨਹੀਂ ਯਾਦ, ਬਟ ਸਟਿਲ ਮੇਰੇ ਖਿਆਲ ਦੇ ਵਿੱਚ ਇੱਦਾਂ ਦੀ ਕੋਈ ਗੱਲ ਕੀਤੀ ਹੋਈ ਸੀ। ਠੀਕ ਹੈ। ਉਸ ਤੋਂ ਬਾਅਦ ਬਲਕਿ ਜ਼ਿੰਦਗੀ ਦਾ ਕੋਈ ਵੀ ਖੇਤਰ ਇਸ ਤੋਂ ਅਪਹਿਜ ਨਹੀਂ ਰਹਿ ਗਿਆ। ਸਾਰੇ ਹੀ ਖੇਤਰਾਂ ਦੇ ਵਿੱਚ ਉਹ ਕੀ ਹੋ ਚੁੱਕਿਆ, ਪੂਰੀ ਤਰੀਕੇ ਨਾਲ ਨਕਾਰਾਤਮਕ ਮਤਲਬ ਨੈਗੇਟਿਵ ਸੋਚ ਦੇ ਵਿੱਚ ਜਾ ਰਿਹਾ। ਰਾਜਨੀਤਿਕ, ਸਮਾਜਿਕ, ਆਰਥਿਕ, ਧਾਰਮਿਕ, ਸੱਭਿਆਚਾਰਿਕ ਖੇਤਰਾਂ ਦੇ ਵਿੱਚ ਵਿਸ਼ਵਾਸਹੀਨਤਾ ਨੇ ਮਤਲਬ ਘਰ ਕਰ ਲਿਆ ਹੈ ਨਾ। ਵਿਸ਼ਵਾਸਹੀਨਤਾ ਮੀਨਸ ਟੂ ਸੇ ਹਰ ਇੱਕ ਜਗ੍ਹਾ ਦੇ ਵਿੱਚ ਨੈਗੇਟਿਵ ਹੁੰਦਾ ਜਾ ਰਿਹਾ। ਸਿੱਟੇ ਵਜੋਂ ਅੱਜ ਦਾ ਮਨੁੱਖ ਦੇ ਜੀਵਨ ਦੇ ਵਿੱਚ ਉਥਲ ਪੁਥਲ, ਤੇ ਹਾਂਜੀ ਉਥਲ ਪੁਥਲ ਦੇ ਬਾਰੇ ਵੀ ਕੋਈ ਗੱਲ ਹੋਈ ਸੀ, ਕੁਐਸਚਨ ਆਇਆ ਹੋਇਆ ਸੀ, ਤਾਂ ਇਸ ਨੂੰ ਵੀ ਆਪਾਂ ਨਾਲ ਨਾਲ ਹਾਈਲਾਈਟ ਕਰਦੇ ਚੱਲਾਂਗੇ ਕਿ ਹਾਂਜੀ ਇਹ ਵੀ ਹੈਗਾ ਸੀ। ਇੱਕ ਮਿੰਟ, ਹਾਂਜੀ, ਤਾਂ ਉਥਲ ਪੁਥਲ ਬਾਰੇ ਵੀ ਗੱਲ ਹੋਈ ਸੀ। ਠੀਕ ਹੈ। ਨਿੱਕੇ ਵੱਡੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਣਾਅ ਦੇ ਵਿੱਚ ਰਹਿੰਦੇ ਹਨ। ਇਸ ਤਣਾਅ ਦੇ ਘਟਣ ਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ, ਸਗੋਂ ਉਸਦੀ ਤਣਾਅ ਬਾਰੇ ਵੀ ਪੁੱਛਿਆ ਗਿਆ ਸੀ। ਠੀਕ ਹੈ। ਇਸ ਨੂੰ ਵੀ ਆਪਾਂ ਥੋੜ੍ਹਾ ਜਿਹਾ ਹਾਈਲਾਈਟ ਕਰਕੇ ਚੱਲਦੇ ਹਾਂ। ਤਾਂ ਜਿਹੜੀਆਂ ਚੀਜ਼ਾਂ ਥੋੜ੍ਹੇ ਮਾਈਂਡ ਦੇ ਵਿੱਚ ਰਹਿੰਦੀਆਂ ਨੇ, ਨੋ ਪ੍ਰੋਬਲਮ, ਇੱਕ ਵਾਰ ਦੇ ਵਿੱਚ ਨਹੀਂ ਪਤਾ ਲੱਗਦਾ। ਜਿਹੜੀਆਂ ਚੀਜ਼ਾਂ ਮਾਈਂਡ ਦੇ ਵਿੱਚ ਹੈਗੀਆਂ ਨੇ ਕਿ ਹਾਂਜੀ ਪੁੱਛਿਆ ਗਿਆ ਸੀ, ਉਸ ਨੂੰ ਹਾਈਲਾਈਟ ਕਰ ਲਓ। ਠੀਕ ਹੈ। ਮਾਨਵਤਾਵਾਦੀ ਚਿੰਤਾ ਦਾ ਮੰਨਣਾ ਹੈ। ਠੀਕ ਹੈ। ਤੁਸੀਂ ਸਾਰਾ ਪੈਸੇਜ ਅੱਗੇ ਰੀਡ ਕਰ ਸਕਦੇ ਹੋ, ਤੁਹਾਡੇ ਸਾਹਮਣੇ ਹੈ। ਚਲੋ ਹੁਣ ਸਭ ਤੋਂ ਪਹਿਲਾ ਕੁਐਸਚਨ ਤੁਹਾਡੇ ਤੋਂ ਇੱਥੇ ਕਿਹੜਾ ਪੁੱਛਿਆ ਗਿਆ। ਸਭ ਤੋਂ ਪਹਿਲਾ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਕਿ ਉਥਲ ਪੁਥਲ ਤੋਂ ਕੀ ਭਾਵ ਹੈ ਨਾ। ਤਾਂ ਉਹੀ ਉਥਲ ਪੁਥਲ ਵਾਲਾ ਕੁਐਸਚਨ ਆ ਗਿਆ। ਤਾਂ ਬੈਕ ਜਾਂਦੇ ਹਾਂ ਆਪਾਂ। ਦੇਖੋ ਉਥਲ ਪੁਥਲ ਤੋਂ ਕੀ ਭਾਵ ਹੈ, ਇਹ ਆਪਣੇ ਕੋਲੇ ਇੱਥੇ ਆਪਾਂ ਹਾਈਲਾਈਟ ਕੀਤਾ ਸੀ। ਦਿਸ ਇਜ਼ ਦ ਪਾਰਟ। ਕੀ ਪੁੱਛਿਆ ਗਿਆ, ਸਿੱਟੇ ਵਜੋਂ ਅੱਜ ਦਾ ਮਨੁੱਖ ਜੀਵਨ ਉਥਲ ਪੁਥਲ ਤੇ ਮਤਲਬ ਪੂਰੇ ਤਰੀਕੇ ਨਾਲ ਤਹਿਸ ਨਹਿਸ ਆਪਾਂ ਕਹਿ ਸਕਦੇ ਹਾਂ ਕਿ ਹੋ ਚੁੱਕਿਆ ਹਨ। ਤਾਂ ਕਿਹੜੇ ਕਿਹੜੇ ਆਪਸ਼ਨਸ ਨੇ। ਪਤਨ ਹੋ ਜਾਣਾ। ਪਤਨ ਹੋ ਜਾਣਾ ਦਾ ਮਤਲਬ ਤਾਂ ਹੁੰਦਾ ਵੀ ਬਿਲਕੁਲ ਹੀ ਬਰਬਾਦ ਹੋ ਜਾਣਾ। ਠੀਕ ਹੈ। ਬਟ ਬਿਲਕੁਲ ਹੀ ਬਰਬਾਦ ਦੀ ਗੱਲ ਨਹੀਂ ਕੀਤੀ ਗਈ ਇੱਥੇ। ਬੇਤਰਤੀਬੀ, ਅਵਿਵਸਥਿਤ ਜਾਂ ਕਾਰਜ ਬਹੁਲਤਾ। ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਆਪ ਆਨਸਰ ਦਿਓਗੇ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਆਪਸ਼ਨ ਤੁਹਾਨੂੰ ਬਿਲਕੁਲ ਸਹੀ ਲੱਗਦਾ। ਬਟ ਅਗਰ ਆਪਾਂ ਅਕੋਰਡਿੰਗ ਟੂ ਪੈਸੇਜ ਦੇਖੀਏ ਤਾਂ ਇਸ ਦੇ ਵਿੱਚ ਗੱਲ ਕੀਤੀ ਗਈ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਜੋ ਮਨੁੱਖ ਹੈ ਉਹ ਕੀ ਹੋ ਚੁੱਕਿਆ ਹੈ, ਬਿਲਕੁਲ ਹੀ ਅਵਿਵਸਥਿਤ ਹੋ ਚੁੱਕਿਆ ਹੈ। ਸੀ ਆਪਸ਼ਨ ਇਸ ਦੇ ਵਿੱਚ ਬਿਲਕੁਲ ਰਾਈਟ ਆਪਸ਼ਨ ਹੋਏਗਾ। ਯੂ ਕੈਨ ਰੀਡ ਅਗੇਨ ਦ ਪੈਸੇਜ ਤੁਹਾਡੇ ਸਾਹਮਣੇ ਹੈ। ਠੀਕ ਹੈ। ਤਾਂ ਅਵਿਵਸਥਿਤ ਇਸ ਦੇ ਵਿੱਚ ਬਿਲਕੁਲ ਸਹੀ ਹੈ। ਬੇਤਰਤੀਬੀ, ਕਾਰਜ ਬਹੁਲਤਾ, ਪਤਨ ਹੋ ਜਾਣਾ, ਇਹ ਪੋਸੀਬਲ ਨਹੀਂ ਹੈ, ਮਤਲਬ ਸਹੀ ਨਹੀਂ ਹੈਗੇ ਆਨਸਰਸ। ਠੀਕ ਹੈ। ਇੱਕ ਗੱਲ ਹੋਰ, ਪੈਸੇਜ ਦੇ ਵਿੱਚ ਜੇਕਰ ਤੁਹਾਨੂੰ ਕਹਿ ਦਿੱਤਾ ਗਿਆ ਕਿ ਸੂਰਜ ਰਾਤ ਦੇ ਵਿੱਚ ਨਿਕਲਦਾ ਹੈ ਤਾਂ ਤੁਸੀਂ ਆਨਸਰ ਦੇ ਵਿੱਚ ਉਹੀ ਸਹੀ ਕਰਨਾ ਹੈ ਕਿ ਸੂਰਜ ਰਾਤ ਨੂੰ ਹੀ ਨਿਕਲਦਾ ਹੈ, ਕਿਉਂਕਿ ਇੱਥੇ ਤੁਹਾਨੂੰ ਜਿਹੜੇ ਕੁਐਸਚਨ ਦਿੱਤੇ ਗਏ ਨੇ ਉਹ ਪੈਸੇਜ ਨੂੰ ਦੇਖ ਕੇ ਆਪਾਂ ਆਨਸਰ ਕਰਨਾ ਹੈ। ਜੋ ਪੈਸੇਜ ਦੇ ਵਿੱਚ ਕਿਹਾ ਹੋਊਗਾ ਉਹ ਆਪਾਂ ਸਹੀ ਹੀ ਮੰਨਣਾ ਹੈ ਤੇ ਉਹਦੇ ਅਕੋਰਡਿੰਗ ਹੀ ਆਪਾਂ ਆਪਣੇ ਆਨਸਰਸ ਲਗਾਉਣੇ ਨੇ। ਠੀਕ ਹੈ ਜੀ। ਚਲੋ ਸੈਕਿੰਡ ਕੁਐਸਚਨ ਵੱਲ ਵਧਦੇ ਹਾਂ। ਕੁਐਸਚਨ ਨੰਬਰ 6 ਜੋ ਹੈ ਉਹ ਤੁਹਾਨੂੰ ਕੀ ਦਿੱਤਾ ਹੋਇਆ, ਹਾਂਜੀ ਤਣਾਅ ਬਾਰੇ ਵੀ ਦੇਖੋ ਆਪਾਂ ਹਾਈਲਾਈਟ ਕੀਤਾ ਹੋਇਆ ਸੀ। ਤਣਾਅ ਵਧਣ ਦੀ ਸੰਭਾਵਨਾ ਦੇ ਕੀ ਕਾਰਨ ਨੇ। ਚਲੋ ਪਹਿਲਾਂ ਆਪਸ਼ਨਸ ਪੜ੍ਹ ਲੈਂਦੇ ਹਾਂ। ਸਮਾਜ ਵਿੱਚ ਵੱਧ ਰਹੀਆਂ ਕੁਰੀਤੀਆਂ, ਦਿਸ਼ਾਹੀਨਤਾ, ਵਿਹਾਰ ਬੁੱਧੀ ਦੀ ਘਾਟ, ਔਰ ਅਗਰ ਆਪਾਂ ਗੱਲ ਕਰੀਏ ਬੁੱਧੀ ਅਤੇ ਭਾਵਨਾ ਵਿੱਚ ਤਾਲਮਾਲ ਦੀ ਘਾਟ। ਠੀਕ ਹੈ। ਤਾਂ ਥੋੜ੍ਹਾ ਆਪਾਂ ਹੁਣ ਵਾਪਸ ਜਾਂਦੇ ਹਾਂ, ਪੈਰਾ ਮਤਲਬ ਜੋ ਹੈ ਉਸ ਨੂੰ ਰੀਡ ਕਰਦੇ ਹਾਂ। ਦੇਖੋ ਇੱਥੇ ਆਪਾਂ ਇੱਕ ਮਿੰਟ, ਹਾਂਜੀ ਤਣਾਅ ਦੀ ਗੱਲ ਆਪਾਂ ਕੀਤੀ ਸੀ। ਠੀਕ ਹੈ। ਨਿੱਕੇ ਵੱਡੇ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਤਣਾਅ ਦੇ ਵਿੱਚ ਰਹਿੰਦੇ ਨੇ। ਇਸ ਤਣਾਅਹੀਨਤਾ ਦੇ ਘਟਣ ਦੇ ਕੋਈ ਆਸਾਰ ਨਜ਼ਰ ਨਹੀਂ ਆਉਂਦੇ, ਸਗੋਂ ਇਸ ਦੇ ਬਦਲ ਦੀ ਸੰਭਾਵਨਾ ਵਧੇਰੇ ਪ੍ਰਬਲ ਹੈ। ਹੁਣ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਾਰੇ ਹੀ ਤਣਾਅ ਦੇ ਵਿੱਚ ਨੇ ਹੈ ਨਾ। ਇਸ ਤਣਾਅਹੀਨਤਾ ਦੇ ਘਟਣ ਦੇ ਤਾਂ ਕੋਈ ਆਸਾਰ ਨਹੀਂ ਨਜ਼ਰ ਆ ਰਹੇ, ਪਰ ਵਧਣ ਦੇ ਆ ਰਹੇ ਨੇ। ਠੀਕ ਹੈ। ਤਾਂ ਥੋੜ੍ਹਾ ਜਿਹਾ ਹੋਰ ਉੱਪਰ ਆਪਾਂ ਨੂੰ ਪੜ੍ਹਨਾ ਪਊਗਾ। ਸਿੱਟੇ ਵਜੋਂ ਮਨੁੱਖ ਉਥਲ ਪੁਥਲ ਪਿੰਡਾਂ ਨਿੱਕੇ ਨਿੱਕੇ ਵੱਡੇ
ਜੇਕਰ ਆਪਾਂ ਬਿਲਕੁਲ ਸਟਾਰਟਿੰਗ ਤੋਂ ਹੀ ਇਸ ਨੂੰ ਸਟੱਡੀ ਕਰਦੇ ਹਾਂ ਤਾਂ ਆਪਾਂ ਨੂੰ ਕੀ ਦੇਖਣ ਨੂੰ ਮਿਲਦਾ ਹੈ ਕਿ ਅਸੀਂ ਦੇਖਦੇ ਹਾਂ ਕਿ ਆਦਰਸ਼ ਅਤੇ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਪ੍ਰਤੀ ਇੱਕ ਨਕਾਰਾਤਮਕ ਦ੍ਰਿਸ਼ਟੀਕੋਣ ਕਿਸੇ ਇੱਕ ਖਿੱਤੇ ਤੱਕ ਸੀਮਿਤ ਨਹੀਂ ਹੈ, ਬਲਕਿ ਜ਼ਿੰਦਗੀ ਦੇ ਹਰ ਇੱਕ ਖਿੱਤੇ ਦੇ ਵਿੱਚ ਕੀ ਹੈ, ਇਹ ਫੈਲ ਚੁੱਕਿਆ। ਤੇ ਜੋ ਵੀ ਨਕਾਰਾਤਮਕਤਾ ਦੇ ਪ੍ਰਤੀ, ਜੋ ਵੀ ਉਸਦਾ ਜ਼ਿੰਦਗੀ ਦੀਆਂ ਕਦਰਾਂ ਕੀਮਤਾਂ ਦੇ ਪ੍ਰਤੀ ਜੋ ਵੀ ਉਹਦਾ ਇੱਕ ਦ੍ਰਿਸ਼ਟੀਕੋਣ ਹੈ, ਜੋ ਨੈਗੇਟਿਵ ਉਹਦੀ ਮਤਲਬ ਆਪਾਂ ਕਹਿ ਸਕਦੇ ਹਾਂ ਇਮੇਜ ਹੈ, ਉਹ ਕੀ ਹੈ, ਹਰ ਇੱਕ ਫੀਲਡ ਦੇ ਵਿੱਚ ਫੈਲ ਚੁੱਕਿਆ। ਤੇ ਉਹੀ ਇੱਕ ਕਾਰਨ ਹੈ ਜਿਹਦੇ ਕਰਕੇ ਉਸਦੇ ਜੀਵਨ ਦੇ ਵਿੱਚ ਉਥਲ ਪੁਥਲ ਵੀ ਹੋ ਰਹੀ ਹੈ, ਔਰ ਇਸ ਕਰਕੇ ਉਹ ਨਿੱਕੇ ਵੱਡੇ ਚੀਜ਼ਾਂ ਨੂੰ ਲੈ ਕੇ ਕੀ ਹੈ, ਹਮੇਸ਼ਾ ਤਣਾਅ ਦੇ ਵਿੱਚ ਵੀ ਰਹਿੰਦਾ ਹੈ, ਔਰ ਇਹ ਘਟਣ ਦੀ ਬਜਾਏ ਵੱਧਦਾ ਹੀ ਨਜ਼ਰ ਆ ਰਿਹਾ ਹੈ ਨਾ। ਤਾਂ ਇੱਥੋਂ ਕੀ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਆਪਣਾ ਜਿਹੜਾ ਰਾਈਟ ਆਨਸਰ ਹੈ ਇੱਥੇ ਕਿਹੜਾ ਹੋਏਗਾ, ਆਪਸ਼ਨ ਬੀ ਹੋਏਗਾ, ਦੈਟ ਇਜ਼ ਦਿਸ਼ਾਹੀਨਤਾ। ਠੀਕ ਹੈ ਜੀ, ਕਿਉਂਕਿ ਦੇਖੋ ਧਿਆਨ ਨਾਲ ਪੈਸੇਜ ਦੇ ਵਿੱਚ ਕਿਤੇ ਵੀ ਸਮਾਜ ਦੀਆਂ ਕੁਰੀਤੀਆਂ ਦੇ ਬਾਰੇ ਗੱਲ ਨਹੀਂ ਕੀਤੀ ਗਈ, ਤਾਂ ਜਦੋਂ ਇਹਦੇ ਬਾਰੇ ਗੱਲ ਹੀ ਨਹੀਂ ਕੀਤੀ ਗਈ ਤਾਂ ਇਹ ਤਾਂ ਰਾਈਟ ਆਪਸ਼ਨ ਹੋ ਨਹੀਂ ਸਕਦਾ। ਵਿਹਾਰ ਬੁੱਧੀ ਦੀ ਘਾਟ ਬਾਰੇ ਵੀ ਕੋਈ ਗੱਲ ਨਹੀਂ ਕੀਤੀ ਗਈ, ਔਰ ਨਾ ਹੀ ਇਸ ਟੌਪਿਕ ਬਾਰੇ ਕੋਈ ਵੀ ਗੱਲ ਕੀਤੀ ਗਈ ਹੈ ਕਿ ਬੁੱਧੀ ਅਤੇ ਭਾਵਨਾ ਦੇ ਵਿੱਚ ਤਾਲਮੇਲ ਨਹੀਂ ਹੈਗਾ। ਉਹਨਾਂ ਨੇ ਕਿਹਾ ਕਿ ਉਹ ਨੈਗੇਟਿਵ ਹੁੰਦਾ ਜਾ ਰਿਹਾ। ਠੀਕ ਹੈ, ਤਾਂ ਦਿਸ਼ਾਹੀਨਤਾ। ਨੈਕਸਟ ਅਗਰ ਆਪਾਂ ਗੱਲ ਕਰੀਏ 7th, ਹਾਂਜੀ 7th ਕੁਐਸਚਨ ਆਪਣੇ ਕੋਲ ਕੀ ਹੈ, ਸੌਰੀ ਜੀ 7th ਕੁਐਸਚਨ ਆਪਣੇ ਕੋਲ ਕੀ ਹੈ, ਵਾਰਤਕ ਦੇ ਪਹਿਲੇ ਪੈਰੇ ਦੇ ਵਿੱਚੋਂ ਸਪਸ਼ਟ ਹੁੰਦਾ ਹੈ, ਕੀ ਸਪਸ਼ਟ ਹੋ ਰਿਹਾ ਹੈ, ਲੇਖਕ ਦੀ ਵਿਸ਼ਵਾਸਹੀਨਤਾ, ਲੇਖਕ ਦੀ ਵਿਚਾਰ ਵਿਰੋਧਤਾ, ਲੇਖਕ ਦੀ ਉਥਲ ਪੁਥਲ ਜਾਂ ਲੇਖਕ ਦੀ ਬੇਚੈਨੀ। ਹੁਣ ਦੇਖੋ ਇੱਥੇ ਵਿਸ਼ਵਾਸਹੀਨਤਾ, ਵਿਚਾਰ ਵਿਰੋਧਤਾ, ਉਥਲ ਪੁਥਲ ਤੇ ਬੇਚੈਨੀ ਚਾਰਾਂ ਬਾਰੇ ਗੱਲ ਕੀਤੀ ਗਈ ਹੈ, ਔਰ ਇਹਦੇ ਵਿੱਚ ਆਪਾਂ ਨੂੰ ਪਹਿਲਾ ਪੈਰਾ ਐਟਲੀਸਟ ਆਪਾਂ 2-3 ਵਾਰੀ ਪੜ੍ਹ ਚੁੱਕੇ ਹਾਂ। ਤੇ ਇਸ ਦੇ ਵਿੱਚ ਇੱਕ ਗੱਲ ਤਾਂ ਕਲੀਅਰ ਹੈ ਕਿ ਇਸ ਪੂਰੇ ਦੇ ਵਿੱਚ ਲੇਖਕ ਪੂਰਾ ਦਾ ਪੂਰਾ ਬੇਚੈਨ ਲੱਗ ਰਿਹਾ ਹੈ ਨਾ। ਠੀਕ ਹੈ ਜੀ, ਤਾਂ ਲੇਖਕ ਕੀ ਹੈ ਇੱਥੇ, ਬੇਚੈਨ ਹੈ। ਹੁਣ ਤੁਸੀਂ ਕਹੋਗੇ ਜੀ ਪੈਰੇ ਦੇ ਵਿੱਚ ਉਥਲ ਪੁਥਲ ਸੀ, ਤਾਂ ਉਸਨੇ ਕਿਹਾ ਹੈ ਕਿ ਉਥਲ ਪੁਥਲ ਮਨੁੱਖ ਦੇ ਜੀਵਨ ਦੇ ਵਿੱਚ ਹੈਗੀ ਆ, ਉਹਦੇ ਬਾਰੇ ਡਿਸਕਸ ਕਰ ਰਿਹਾ ਹੈ। ਠੀਕ ਹੈ, ਵਿਚਾਰ ਵਿਰੋਧਤਾ, ਵਿਸ਼ਵਾਸਹੀਨਤਾ, ਇਹ ਸਾਰੇ ਤਾਂ ਟੌਪਿਕਸ ਨੇ ਜਿਨ੍ਹਾਂ ਬਾਰੇ ਉਹ ਗੱਲ ਕਰ ਰਿਹਾ। ਤੇ ਜੇਕਰ ਆਪਾਂ ਨੂੰ ਇਹ ਵੀ ਲੱਗਦਾ, ਹਾਂਜੀ ਜੇਕਰ ਆਪਾਂ ਨੂੰ ਇਹ ਵੀ ਲੱਗਦਾ ਕਿ ਸਾਨੂੰ ਸਮਝ ਨਹੀਂ ਆ ਰਿਹਾ ਇਹਦੇ ਵਿੱਚੋਂ ਕਿਹੜਾ ਰਾਈਟ ਆਨਸਰ ਹੋਊਗਾ, ਤਾਂ ਤੁਸੀਂ ਇਸ ਤਰੀਕੇ ਨਾਲ ਵੀ ਸੋਚ ਸਕਦੇ ਹੋ ਕਿ ਇਹ ਤਿੰਨੋਂ ਟੌਪਿਕਸ ਬਾਰੇ ਤਾਂ ਉਹ ਗੱਲ ਕਰ ਹੀ ਰਿਹਾ ਹੈ ਨਾ। ਤਾਂ ਇਹ ਸਾਰਿਆਂ ਨੂੰ ਗੱਲ ਕਰਦੇ ਹੋਏ ਉਹ ਕੀ ਹੋ ਰਿਹਾ, ਬੇਚੈਨ ਹੋ ਰਿਹਾ। ਬਿਲਕੁਲ ਸਹੀ, ਤਾਂ ਡੀ ਆਪਸ਼ਨ ਇਸ ਦੇ ਵਿੱਚ ਆਪਣਾ ਰਾਈਟ ਆਨਸਰ ਹੋਊਗਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਕੁਐਸਚਨ ਨੰਬਰ 8 ਦੇ ਉੱਪਰ। ਕੁਐਸਚਨ ਨੰਬਰ 8 ਦੇ ਵਿੱਚ ਕੀ ਦਿੱਤਾ ਹੋਇਆ ਤੁਹਾਨੂੰ, ਜ਼ਿੰਦਗੀ ਵਿੱਚ ਨਿਰਾਸ਼ਾ, ਬੰਦਿਸ਼ ਅਤੇ ਆਤਮਹੀਨਤਾ ਨੇ ਮਨੁੱਖ ਨੂੰ ਕੀ ਬਣਾ ਦਿੱਤਾ ਹੈ। ਅਗੇਨ ਆਈ ਵਿਲ ਰਿਪੀਟ, ਜ਼ਿੰਦਗੀ ਦੇ ਵਿੱਚ ਨਿਰਾਸ਼ਾ ਨੇ, ਬੰਦਿਸ਼ ਨੇ ਅਤੇ ਆਤਮਹੀਨਤਾ ਨੇ ਮਨੁੱਖ ਨੂੰ ਕੀ ਬਣਾ ਦਿੱਤਾ ਹੈ। ਸਵਾਰਥੀ ਬਣਾ ਦਿੱਤਾ ਹੈ, ਹਿੰਸਕ ਬਣਾ ਦਿੱਤਾ ਹੈ, ਬੇਬਸ ਬਣਾ ਦਿੱਤਾ ਹੈ, ਜਾਂ ਆਦਰਸ਼ ਵੀ ਹੋਣਾ ਬਣਾ ਦਿੱਤਾ ਹੈ। ਤਾਂ ਦੱਸੋ ਜੀ ਚਾਰਾਂ ਦੇ ਵਿੱਚੋਂ ਕਿਹੜਾ ਇੱਕ ਰਾਈਟ ਆਨਸਰ ਹੋਊਗਾ। ਆਪਾਂ ਦੁਬਾਰਾ ਪੈਸੇਜ ਵੱਲ ਵੀ ਜਾ ਸਕਦੇ ਹਾਂ ਕਿ ਜੋ ਵੀ ਹੈ ਨਿਰਾਸ਼ਾ ਹੋ ਗਈ, ਤਾਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਮਨੁੱਖ ਦੇ ਵਿੱਚ ਕੀ ਰਵੱਈਆ ਉਸ ਦੇ ਵਿੱਚ ਆ ਰਿਹਾ ਹੈ। ਹਾਂਜੀ ਆ ਤੁਹਾਡੇ ਸਾਹਮਣੇ ਪੈਸੇਜ ਹੈ, ਜਸਟ ਵੇਟ ਫॉर 1 ਮਿੰਟ। ਹਾਂਜੀ ਪੈਸੇਜ ਤੁਹਾਡੇ ਸਾਹਮਣੇ, ਆਈ ਹੋਪ ਤੁਸੀਂ ਰੀਡ ਕਰ ਲਿਆ ਹੋਏਗਾ, ਬਟ ਸਟਿਲ ਆਪਾਂ ਕੁਐਸਚਨ ਵੱਲ ਵਧੀਏ। ਤਾਂ ਕੁਐਸਚਨ ਸੀਗਾ, ਜ਼ਿੰਦਗੀ ਵਿੱਚ ਨਿਰਾਸ਼ਾ, ਬੰਦਿਸ਼ ਤੇ ਆਤਮਹੀਨਤਾ ਨੇ ਮਨੁੱਖ ਨੂੰ ਕੀ ਬਣਾ ਦਿੱਤਾ ਹੈ ਨਾ। ਤਾਂ ਅਗਰ ਆਪਾਂ ਗੱਲ ਕਰੀਏ ਪਹਿਲੀ ਹੀ ਲਾਈਨ ਦੇ ਵਿੱਚੋਂ ਕਾਫੀ ਕੁਝ ਕਲੀਅਰ ਹੋ ਰਿਹਾ ਹੈ। ਫਸਟ ਲਾਈਨ ਦੱਸ ਰਹੀ ਆਪਾਂ ਨੂੰ ਕਿ ਮਨੁੱਖ ਦਾ ਜਿਹੜਾ ਜੀਵਨ ਹੈ ਉਸ ਦੇ ਵਿੱਚ ਕੀ ਹੈ, ਨਿਰਾਸ਼ਾ ਹੈ, ਅਵਿਸ਼ਵਾਸ ਹੈ, ਠੀਕ ਹੈ, ਬੰਦਿਸ਼ ਹੈ, ਆਤਮਹੀਨਤਾ ਹੈ। ਤਾਂ ਮਤਲਬ ਇਹਨਾਂ ਬਾਰੇ ਹੀ ਗੱਲ ਕੀਤੀ ਗਈ ਕਿ ਇਸ ਦੇ ਬਾਅਦ ਮਨੁੱਖ ਕੀ ਬਣ ਚੁੱਕਿਆ, ਤਾਂ ਉਸਦੇ ਜੀਵਨ ਦੇ ਵਿੱਚ ਕੀ ਹੋ ਗਿਆ, ਆਦਰਸ਼ ਪ੍ਰਤੀ ਇੱਕ ਨਿਸ਼ਚੇਹੀਨ ਰਵੱਈਆ ਪੈਦਾ ਹੋ ਗਿਆ ਹੈ ਨਾ। ਤਾਂ ਹੁਣ ਇਸ ਦੇ ਵਿੱਚ ਅਗਰ ਆਪਾਂ ਆਪਸ਼ਨਸ ਨੂੰ ਦੇਖੀਏ ਤਾਂ ਵੈਰੀ ਕਲੀਅਰ ਹੈ ਕਿ ਇੱਥੇ ਸਵਾਰਥੀ ਨਹੀਂ ਕਿਹਾ ਗਿਆ ਕਿ ਮਨੁੱਖ ਸਵਾਰਥੀ ਹੋ ਗਿਆ ਜਾਂ ਉਹਨੂੰ ਗੁੱਸਾ ਜ਼ਿਆਦਾ ਆ ਗਿਆ, ਬੇਬਸ ਵੀ ਨਹੀਂ ਕਿਹਾ ਗਿਆ। ਤਾਂ ਕਿਹੜੀ ਆਪਸ਼ਨ ਬਚਦੀ ਹੈ, ਡੀ ਆਪਸ਼ਨ ਬਚਦੀ ਹੈ, ਜਿੱਥੋਂ ਆਪਾਂ ਨੂੰ ਕਲੀਅਰ ਹੋ ਜਾਂਦਾ ਕਿ ਰਾਈਟ ਆਪਸ਼ਨ ਵੀ ਕਿਹੜਾ ਹੋਏਗਾ, ਡੀ ਹੋਏਗਾ। ਕੁਐਸਚਨ ਨੰਬਰ 9 ਦੇਖੋ ਜੀ, ਕੁਐਸਚਨ ਨੰਬਰ 9 ਦੇ ਵਿੱਚ ਕੀ ਦਿੱਤਾ ਹੋਇਆ, ਹਾਂਜੀ ਕੁਐਸਚਨ ਨੰਬਰ 9 ਦੇਖੋ, ਜ਼ਿੰਦਗੀ ਦਾ ਕੋਈ ਵੀ ਖੇਤਰ ਇਸ ਤੋਂ ਅਪਜ ਨਹੀਂ ਰਹਿ ਸਕਿਆ, ਮਤਲਬ ਇਸ ਤੋਂ ਬਿਨਾਂ ਨਹੀਂ ਰਹਿ ਸਕਿਆ ਜ਼ਿੰਦਗੀ ਦਾ ਕੋਈ ਵੀ ਖੇਤਰ। ਤਾਂ ਇਸ ਤੁਕ ਦਾ ਕੀ ਮਤਲਬ ਹੈ, ਕਿਹੜੀ ਤੁਕ ਦੀ ਗੱਲ ਕੀਤੀ ਗਈ ਹੈ ਔਰ ਇਸ ਤੁਕ ਦਾ ਕੀ ਮਤਲਬ ਹੈ। ਹਾਂਜੀ ਤਾਂ ਇਸ ਦੇ ਵਿੱਚ ਕੀ ਹੋਇਆ, ਕਿਸੇ ਵੀ ਖੇਤਰ ਨੂੰ ਛੂਇਆ ਨਹੀਂ ਹੈ। ਠੀਕ ਹੈ, ਦੇਖੋ ਮੈਂ ਦੁਬਾਰਾ ਤੁਹਾਨੂੰ ਪੈਸੇ 'ਤੇ ਲੈ ਜਾਂਦੀ ਹਾਂ ਕਿ ਇਸ ਦੇ ਵਿੱਚ ਆਪਾਂ ਦੇਖਦੇ ਹਾਂ, ਇੱਥੇ ਜੇ ਪੜ੍ਹਿਆ ਸੀਗਾ ਆਪਾਂ, ਹਾਂਜੀ ਆ ਸੀਗਾ, ਬਲਕਿ ਜ਼ਿੰਦਗੀ ਦਾ ਬਲਕਿ ਜ਼ਿੰਦਗੀ ਦਾ ਕੋਈ ਵੀ ਖੇਤਰ ਇਸ ਤੋਂ ਅਪਜ ਨਹੀਂ ਰਹਿ ਸਕਿਆ ਹੈ ਨਾ।
ਤਾਂ ਹੁਣ ਇਹਨੂੰ ਆਪਾਂ ਕਈ ਵਾਰੀ ਰੀਡ ਕਰ ਲਿਆ ਤਾਂ ਦੁਬਾਰਾ ਰੀਡ ਕਰਨ ਦੀ ਤਾਂ ਆਈ ਡੋਂਟ ਥਿੰਕ ਸੋ ਜ਼ਰੂਰਤ ਹੈ ਨਹੀਂ, ਬਟ ਸਟਿਲ ਤੁਸੀਂ ਆਪਣੇ ਕੰਫਰਟ ਜ਼ੋਨ ਲਈ ਕਰ ਸਕਦੇ ਹੋ। ਤਾਂ ਉਹਦੇ ਵਿੱਚ ਕਲੀਅਰਲੀ ਕਿਹਾ ਗਿਆ ਹੈ ਕਿ ਹਰ ਇੱਕ ਫੀਲਡ ਦੇ ਵਿੱਚ ਕੀ ਹੋ ਰਿਹਾ ਹੈ, ਜੋ ਉਹਦੀ ਨਿਰਾਸ਼ਾ ਹੈ ਜਾਂ ਮਤਲਬ ਆਪਾਂ ਕਹਿ ਸਕਦੇ ਮਤਲਬ ਦ੍ਰਿਸ਼ਟੀਕੋਣ ਹੈ ਉਸਦਾ ਨਕਾਰਾਤਮਕ, ਤਾਂ ਉਹ ਹਰ ਇੱਕ ਫੀਲਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ, ਹਰ ਇੱਕ ਫੀਲਡ ਦੇ ਵਿੱਚ ਫੈਲ ਚੁੱਕਿਆ। ਤਾਂ ਪਹਿਲੇ ਦੇ ਵਿੱਚ ਤਾਂ ਕਹਿੰਦੇ ਨੇ ਕਿ ਕਿਸੇ ਵੀ ਖੇਤਰ ਨੂੰ ਛੂਇਆ ਨਹੀਂ ਗਿਆ, ਦੈਟ ਇਜ਼ ਵੈਰੀ ਰੋਂਗ ਆਲਸੋ, ਕਿ ਇਹ ਤਾਂ ਗਲਤ ਹੈ, ਕਿਸੇ ਦੇ ਵੀ ਖੇਤਰ ਨੂੰ ਛੂਇਆ ਨਹੀਂ ਗਿਆ, ਬਲਕਿ ਹਰ ਇੱਕ ਖੇਤਰ ਦੇ ਵਿੱਚ ਸਮੁੱਚੇ ਖੇਤਰ ਦਾ ਵਿਕਾਸ ਹੋ ਗਿਆ। ਨਹੀਂ, ਵਿਕਾਸ ਨਹੀਂ ਹੋਇਆ, ਉਸਦਾ ਮਤਲਬ ਇਹ ਨਹੀਂ ਹੈਗਾ ਕਿ ਸਮੁੱਚੇ ਖੇਤਰ ਦਾ ਵਿਕਾਸ ਹੋ ਗਿਆ, ਸਮੁੱਚੇ ਖੇਤਰ ਤੇ ਇਸ ਦਾ ਅਸਰ ਪਿਆ। ਹਾਂ, ਇਹ ਹੋ ਸਕਦਾ, ਬਟ ਸਟਿਲ ਨੈਕਸਟ ਆਪਸ਼ਨ ਨੂੰ ਪੜ੍ਹਦੇ ਹਾਂ, ਕਿਸੇ ਵੀ ਖੇਤਰ ਨੂੰ ਇਸਨੇ ਪ੍ਰਭਾਵਿਤ ਨਹੀਂ ਕੀਤਾ, ਦੈਟ ਇਜ਼ ਰੋਂਗ ਆਲਸੋ। ਤਾਂ ਸੀ ਆਪਸ਼ਨ ਆਪਣੇ ਕੋਲ ਕੀ ਹੋ ਜਾਂਦੀ ਹੈ, ਰਾਈਟ ਹੋ ਜਾਂਦੀ ਹੈ। ਠੀਕ ਹੈ ਜੀ। ਨੈਕਸਟ ਅਗਰ ਆਪਾਂ ਗੱਲ ਕਰੀਏ ਕੁਐਸਚਨ ਨੰਬਰ 10, ਕੁਐਸਚਨ ਨੰਬਰ 10 ਦੇ ਵਿੱਚ ਦੇਖੋ ਕੀ ਹੈ, ਲੇਖਕ ਕਿਹੜੇ ਕਿਹੜੇ ਤੱਤਾਂ ਨੂੰ ਨੁਕਸਾਨਦਾਇਕ ਮੰਨਦਾ ਹੈ। ਅਗੇਨ ਆਈ ਵਿਲ ਰਿਪੀਟ ਦ ਕੁਐਸਚਨ, ਲੇਖਕ ਕਿਹੜੇ ਕਿਹੜੇ ਤੱਤਾਂ ਨੂੰ ਨੁਕਸਾਨਦਾਇਕ ਮੰਨਦਾ ਹੈ। ਤਾਂ ਇਸ ਕੁਐਸਚਨ ਦੇ ਵਿੱਚ ਪੁੱਛਿਆ ਗਿਆ ਜ਼ਿੰਦਗੀ ਨੂੰ ਤਰਸਦੇ ਪਾਤਰ ਬਣਾਉਣ ਵਾਲੇ ਤੱਤਾਂ ਨੂੰ, ਨਿਰੰਤਰ ਨਿਘਾਰ ਵਿੱਚ ਲੈ ਕੇ ਜਾਣ ਵਾਲੇ ਤੱਤਾਂ ਨੂੰ, ਜ਼ਿੰਦਗੀ ਨੂੰ ਬਖੇਰਨ ਵਾਲੇ ਤੱਤਾਂ ਨੂੰ, ਨਾ ਘਟਣ ਨਾ ਵਧਣ ਵਾਲੇ ਤੱਤਾਂ ਨੂੰ। ਤਾਂ ਇੱਥੋਂ ਵੀ ਕਲੀਅਰ ਹੈ ਕਿ ਕਿਹਦੀ ਗੱਲ ਕਰ ਰਿਹਾ ਜੀ, ਜ਼ਿੰਦਗੀ ਨੂੰ ਬਖੇਰਨ ਵਾਲੇ ਤੱਤਾਂ ਨੂੰ। ਠੀਕ ਹੈ, ਕਲੀਅਰ ਹੈ, ਈਜ਼ੀ ਸੀਗਾ ਕੁਐਸਚਨ, ਕੋਈ ਇਹਦੇ ਵਿੱਚ ਦੁਬਾਰਾ ਪੈਸੇਜ ਵਿੱਚ ਜਾਣ ਦੀ ਲੋੜ ਨਹੀਂ ਪਈ, ਇਹ ਤਾਂ ਕਲੀਅਰ ਹੀ ਹੈ ਕਿ ਇਹ ਤਾਂ ਕੋਈ ਆਪਸ਼ਨ ਹੈ ਹੀ ਨਹੀਂ। ਠੀਕ ਹੈ, ਦਿਸ ਇਜ਼ ਆਲਸੋ ਨੋਟ, ਹਾਂ ਏ ਔਰ ਸੀ ਦੇ ਵਿੱਚ ਕਨਫਿਊਜ਼ਨ ਹੋ ਸਕਦੀ ਸੀ, ਤਾਂ ਇਹ ਆਪਸ਼ਨ ਆਪਾਂ ਨੂੰ ਪੈਸੇਜ ਰੀਡ ਕਰਕੇ ਕਲੀਅਰ ਹੋ ਜਾਏਗਾ ਕਿ ਰਾਈਟ ਆਨਸਰ ਕੀ ਹੈ ਜੀ, ਸੀ ਹੈ। ਹਾਂਜੀ, ਉਸ ਤੋਂ ਬਾਅਦ ਦੇਖੋ ਕੁਐਸਚਨ ਨੰਬਰ 11, ਦੇਖੋ ਇਹ ਆਪਾਂ ਹਾਈਲਾਈਟ ਕਰਿਆ ਸੀ, ਜੋ ਹੈ ਜਿਵੇਂ ਹੈ, ਇਸ ਦਾ ਮਤਲਬ ਕੀ ਹੈ, ਮੁਰਾਦ ਮਤਲਬ ਇਸ ਦਾ ਮਤਲਬ ਕੀ ਹੈ, ਵਸਤੂ ਸਥਿਤੀ ਨੂੰ ਪ੍ਰਵਾਨ ਕਰਦਾ ਹੈ, ਪਰੰਪਰਾ ਪਾਲਣ ਦੀ ਗੱਲ ਕਰ ਰਿਹਾ ਹੈ, ਅਤੀਤ ਦਾ ਮੋਹ ਹੈ, ਜਾਂ ਨਿਰਧਾਰਤ ਰਾਹ 'ਤੇ ਚੱਲਣਾ। ਖੈਰ ਇਸ ਨੂੰ ਆਪਾਂ ਇੱਕ ਵਾਰੀ ਪੜ੍ਹ ਲੈਂਦੇ ਹਾਂ ਕਿਉਂਕਿ ਮੈਨੂੰ ਨਹੀਂ ਲੱਗਦਾ ਆਪਾਂ ਇਸ ਬਾਰੇ ਪੜ੍ਹਿਆ ਸੀ। ਜੋ ਹੈ ਜਿਵੇਂ ਹੈ ਸੈਕਿੰਡ ਪੈਸੇਜ ਦੇ ਵਿੱਚ ਹੈ, ਦੇਖੋ ਇਸ ਨੂੰ ਪੜ੍ਹਦੇ ਹਾਂ। ਮਾਨਵਤਾਵਾਦੀ ਚਿੰਤਕਾਂ ਦਾ ਮੰਨਣਾ ਇਹ ਹੈ ਕਿ ਘਟਨਾਗ੍ਰਸਤ ਤੱਤਾਂ ਨਾਲ ਭਰਪੂਰ ਇਹ ਜ਼ਿੰਦਗੀ ਵਿੱਚ ਨਿਰਾਸ਼ਾਜਨਕ ਮਾਹੌਲ ਦੇ ਹੁੰਦਿਆਂ ਮਨੁੱਖੀ ਮਨ ਅੰਦਰ ਕੁਝ ਅਜਿਹਾ ਹੈ ਜਿਹੜਾ ਹੈ ਜਿਵੇਂ ਹੈ ਦੇ ਧਰਾਤਲ ਤੋਂ ਉਤਾਂਹ ਉੱਠ ਕੇ ਜਿਵੇਂ ਹੋਣਾ ਚਾਹੀਦਾ ਦੀ ਦਿਸ਼ਾ ਦੇ ਵਿੱਚ ਯਤਨਸ਼ੀਲ ਹੋਣਾ ਚਾਹੀਦਾ ਹੈ। ਹੁਣ ਦੇਖੋ ਇਹ ਥੋੜ੍ਹਾ ਜਿਹਾ ਕਨਫਿਊਜ਼ ਕਰਨ ਵਾਲਾ ਕੰਮ ਆ ਗਿਆ ਹੈ ਨਾ। ਸੌਰੀ, ਹਾਂਜੀ, ਤਾਂ ਆਪਾਂ ਇਸ ਦੇ ਬਾਰੇ ਗੱਲ ਕਰ ਰਹੇ ਸੀ ਕਿ ਜੋ ਹੈ ਜਿਵੇਂ ਹੈ ਤੋਂ ਕੀ ਮੁਰਾਦ ਹੈ। ਦੁਬਾਰਾ ਪੜ੍ਹ ਲੈਂਦੇ ਹਾਂ ਇੱਕ ਵਾਰੀ, ਮੈਂ ਤੁਹਾਡੇ ਲਈ ਇਸ ਨੂੰ ਦੁਬਾਰਾ ਰੀਡ ਕਰਦੀ ਹਾਂ। ਮਾਨਵਤਾਵਾਦੀ ਚਿੰਤਕਾਂ ਦਾ ਮੰਨਣਾ ਇਹ ਹੈ ਕਿ ਘਟਨਾਗ੍ਰਸਤ ਤੱਤਾਂ ਨਾਲ ਭਰਪੂਰ ਇਸ ਜ਼ਿੰਦਗੀ ਵਿੱਚ ਨਿਰਾਸ਼ਾਜਨਕ ਮਾਹੌਲ ਦੇ ਹੁੰਦਿਆਂ, ਮਤਲਬ ਜੋ ਤੁਹਾਡੀ ਜ਼ਿੰਦਗੀ ਚੱਲ ਰਹੀ ਹੈ ਉਸ ਦੇ ਵਿੱਚ ਜੋ ਨਿਰਾਸ਼ਾ ਵਾਲਾ ਮਾਹੌਲ ਬਣਿਆ ਹੋਇਆ, ਉਸ ਦੇ ਹੁੰਦਿਆਂ ਵੀ ਮਨੁੱਖ ਦੇ ਮਨ ਦੇ ਅੰਦਰ ਕੋਈ ਅਜਿਹੀ ਚੀਜ਼ ਹੈਗੀ ਹੈ ਕਿ ਜਿਹੜਾ ਹੈ ਜਿਵੇਂ ਹੈ, ਮਤਲਬ ਜੋ ਵੀ ਚੀਜ਼ਾਂ ਹੈਗੀਆਂ ਚਲੋ ਉਵੇਂ ਹੀ ਰਹਿਣ ਦਿਓ, ਦੇ ਧਰਾਤਲ ਤੋਂ ਉੱਪਰ ਉੱਠ ਕੇ, ਮਤਲਬ ਇੱਦਾਂ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਹੈ ਜਿਵੇਂ ਹੈ ਉਸ ਤੋਂ ਉੱਪਰ ਉੱਠ ਕੇ ਜਿਵੇਂ ਹੋਣਾ ਚਾਹੀਦਾ ਹੈ ਉਸ ਦੀ ਦਿਸ਼ਾ ਦੇ ਵੱਲ ਉਸ ਨੂੰ ਜਾਣਾ ਚਾਹੁੰਦਾ ਉਹਦੇ ਵੱਲ, ਹੈ ਨਾ। ਤਾਂ ਹੁਣ ਆਪਸ਼ਨਸ ਤੇ ਕੁਐਸਚਨਸ ਨੂੰ ਪੜ੍ਹਦੇ ਹਾਂ। ਆਪਸ਼ਨਸ ਆਪਣੇ ਕੋਲ ਕੀ ਦਿੱਤੀਆਂ ਹੋਈਆਂ ਨੇ, ਵਸਤੂ ਦੀ ਸਥਿਤੀ ਨੂੰ ਪ੍ਰਵਾਨ ਕਰਨਾ, ਪਰੰਪਰਾ ਦਾ ਪਾਲਣ ਕਰਨਾ। ਦੇਖੋ ਪਰੰਪਰਾ ਦਾ ਪਾਲਣ ਤਾਂ ਇੱਥੇ ਕਿਤੇ ਵੀ ਨਹੀਂ ਆਇਆ ਕਿ ਹਾਂਜੀ, ਇੱਥੇ ਤਾਂ ਗੱਲ ਕੀਤੀ ਗਈ ਹੈ ਕਿ ਜੋ ਆਪਣੀ ਜ਼ਿੰਦਗੀ ਦੇ ਵਿੱਚ ਚੱਲ ਰਿਹਾ ਉਹਦੇ ਬਾਰੇ ਗੱਲ ਕੀਤੀ ਗਈ ਹੈ, ਨਾ ਕਿਸੇ ਪਾਸਟ ਬਾਰੇ ਵੀ ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਤਾਂ ਬੀ ਤੇ ਸੀ ਆਪਸ਼ਨ ਤਾਂ ਕਲੀਅਰਲੀ ਐਲੀਮੀਨੇਟ ਹੋ ਹੀ ਜਾਂਦੇ ਨੇ। ਨਿਰਧਾਰਿਤ ਰਾਹ 'ਤੇ ਚੱਲਣਾ ਤੇ ਵਸਤੂ ਦੀ ਸਥਿਤੀ ਨੂੰ ਪ੍ਰਵਾਨ ਕਰਨਾ, ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ਨ ਹੋ ਸਕਦੀ ਹੈ। ਸਟਿਲ ਆਪਣਾ ਜੋ ਰਾਈਟ ਆਨਸਰ ਹੈ ਦੈਟ ਇਜ਼ ਏ, ਦੈਟ ਇਜ਼ ਵਸਤੂ ਦੀ ਸਥਿਤੀ ਨੂੰ ਪ੍ਰਵਾਨ ਕਰਨਾ। ਠੀਕ ਹੈ ਜੀ, ਅੱਗੇ ਚੱਲੀਏ। ਲਾਸਟ ਕੁਐਸਚਨ ਹੈ ਇਸ ਪੈਸੇਜ ਦਾ, ਫਿਰ ਅੱਗੇ ਹੋਰ ਵੀ ਬਹੁਤ ਸਾਰੇ ਕੁਐਸਚਨਸ ਆਉਣਗੇ ਭਾਸ਼ਾ ਦੇ ਨਾਲ ਰਿਲੇਟਡ। ਕੁਐਸਚਨ ਨੰਬਰ 12 ਜੋ ਦਿੱਤਾ ਹੋਇਆ ਉਸ ਦੇ ਵਿੱਚ ਕੀ ਪੁੱਛਿਆ ਹੋਇਆ, ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨਾ ਤੋਂ ਕੀ ਭਾਵ ਹੈ। ਠੀਕ ਹੈ ਜੀ, ਆਈ ਵਿਲ ਰਿਪੀਟ ਦ ਕੁਐਸਚਨ, ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨਾ ਇਸ ਤੋਂ ਕੀ ਭਾਵ ਹੈ। ਕਦਰਾਂ ਕੀਮਤਾਂ ਨੂੰ ਅਮਲੀ ਜਾਮਾ ਪਹਿਨਾ ਕੇ ਉੱਚਤਾ ਪ੍ਰਾਪਤ ਕਰਨਾ। ਠੀਕ ਹੈ, ਸਮਕਾਲੀ ਕਦਰਾਂ ਕੀਮਤਾਂ ਨੂੰ ਮਹੱਤਤਾ ਦੇਣੀ, ਆਦਰਸ਼ ਨੂੰ ਅਪਣਾਉਣਾ ਔਰ ਕਦਰਾਂ ਕੀਮਤਾਂ ਨੂੰ ਸਥਿਰਤਾ ਪ੍ਰਦਾਨ ਕਰਨਾ। ਠੀਕ ਹੈ, ਤਾਂ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨ ਦਾ ਮਤਲਬ ਕੀ ਹੋ ਜਾਂਦਾ ਹੈ, ਕਦਰਾਂ ਕੀਮਤਾਂ ਨੂੰ ਅਮਲੀ ਜਾਮਾ ਪਹਿਨਾ ਕੇ ਉੱਚਤਾ ਪ੍ਰਦਾਨ ਕਰਨਾ। ਆਪਾਂ ਥੋੜ੍ਹਾ ਜਿਹਾ ਰੀਡ ਕਰ ਲੈਂਦੇ ਹਾਂ ਪੈਸੇਜ ਨੂੰ। ਠੀਕ ਹੈ, ਤੁਸੀਂ ਦੁਬਾਰਾ ਸਕਰੀਨ ਦੇ ਉੱਪਰ ਜਾ ਸਕਦੇ ਹੋ, 1 ਮਿੰਟ ਤੁਹਾਨੂੰ ਹੈਲਪ ਹੋਏਗੀ। ਹਾਂਜੀ, ਤਾਂ ਕਦਰਾਂ ਕੀਮਤਾਂ ਦੀ ਇੱਥੇ ਗੱਲ ਹੋ ਰਹੀ ਹੈ। ਦੇਖੋ ਇੱਥੇ ਹੈਗਾ ਆਪਣੇ ਕੋਲ ਆਵਲੀ ਚੀਜ਼ ਦੇ ਵਿੱਚ ਆਪਾਂ ਨੂੰ ਰੀਡ ਕਰਨਾ ਪਏਗਾ। ਹਾਂਜੀ, ਤਾਂ ਉਹ ਨਵੇਂ ਤੰਦਰੁਸਤ ਖਿੱਤੇ ਵੱਲ ਵਧਣਾ ਚਾਹੁੰਦਾ ਹੈ, ਉਸ ਨੂੰ ਜ਼ਰੂਰਤ ਹੈ ਅਜਿਹੇ ਉਦਾਤ ਆਦਰਸ਼ਾਂ ਨੂੰ ਜਜ਼ਬ ਕਰਨ ਦੀ, ਅਜਿਹੀਆਂ ਬਿਹਤਰ ਕਦਰਾਂ ਕੀਮਤਾਂ ਨੂੰ ਸਥਾਪਿਤ ਕਰਨ ਦੀ ਜੋ ਉਸਦੇ ਜੀਵਨ ਦੇ ਵਿੱਚ ਆਈਆਂ ਤਰੁੱਟੀਆਂ ਤੋਂ
ਛੁਟਕਾਰਾ ਕਰਵਾ ਕੇ ਉਸਨੂੰ ਸਹੀ ਦਿਸ਼ਾ ਦੇ ਵਿੱਚ ਉਸਨੂੰ ਭੇਜ ਸਕਣ। ਠੀਕ ਹੈ, ਹੁਣ ਆਪਾਂ ਆਪਸ਼ਨਸ ਨੂੰ ਦੇਖੀਏ ਜੇਕਰ ਆਪਣੀ, ਤਾਂ ਆਪਣੀਆਂ ਆਪਸ਼ਨਸ ਕੀ ਸੀਗੀਆਂ। ਤਾਂ ਕਦਰਾਂ ਕੀਮਤਾਂ ਨੂੰ ਅਮਲੀ ਜਾਮਾ ਪਹਿਨਾ ਕੇ ਉੱਚਤਾ ਪ੍ਰਾਪਤ ਕਰਨਾ ਇਜ਼ ਨੋਟ ਆਵਰ ਰਾਈਟ ਆਂਸਰ, ਕਿ ਉਹਨਾਂ ਨੂੰ ਉੱਚਾ ਸਥਾਨ ਦੇਣਾ, ਇੱਦਾਂ ਦਾ ਕੁਛ ਨਹੀਂ ਹੈ। ਅਜਿਹੀਆਂ ਕਦਰਾਂ ਕੀਮਤਾਂ ਨੂੰ ਬਲਕਿ ਅਪਣਾਉਣਾ ਚਾਹੀਦਾ ਹੈ। ਇੱਥੇ ਅਪਣਾਉਣ ਦੀ ਗੱਲ ਹੋ ਰਹੀ ਹੈ ਕਿ ਅਜਿਹੀਆਂ ਕਦਰਾਂ ਕੀਮਤਾਂ ਨੂੰ ਐਕਸੈਪਟ ਕਰਨਾ ਚਾਹੀਦਾ ਜਿਹਦੇ ਨਾਲ ਉਹ ਵਧੀਆ ਤਰੀਕੇ ਨਾਲ ਆਪਣਾ ਜੀਵਨ ਗੁਜ਼ਾਰ ਸਕਣ। ਤਾਂ ਓਬਵੀਅਸਲੀ ਸੀ ਆਪਸ਼ਨ ਆਪਣੇ ਕੋਲ ਰਾਈਟ ਹੋਏਗੀ। ਕਿਸੇ ਸਪੈਸੀਫਿਕ ਕਦਰਾਂ ਕੀਮਤਾਂ ਨੂੰ ਮਹੱਤਤਾ ਦੇਣ ਬਾਰੇ ਨਹੀਂ ਗੱਲ ਕੀਤੀ ਗਈ, ਸਥਿਰਤਾ ਬਾਰੇ ਗੱਲ ਨਹੀਂ ਕੀਤੀ ਗਈ। ਸੀ ਆਪਸ਼ਨ ਇੱਥੇ ਆਪਣਾ ਕੀ ਹੋਏਗਾ, ਰਾਈਟ ਹੋਏਗਾ। ਠੀਕ ਹੈ, ਤਾਂ ਪੈਸੇਜ ਨੂੰ ਬਾਰ-ਬਾਰ ਪੜ੍ਹਨਾ ਪੈਂਦਾ, ਜਿਹਦੇ ਕਰਕੇ ਆਪਾਂ ਨੇ ਕੁਐਸਚਨਸ ਨੇ ਜਿਹੜੇ ਕਿਤੇ ਨਾ ਕਿਤੇ ਮਿਸਟੇਕ ਹੋ ਜਾਂਦੀ ਹੈ। ਠੀਕ ਹੈ, ਚਲੋ ਅੱਗੇ ਚੱਲਦੇ ਹਾਂ। ਹੁਣ ਥੋੜ੍ਹਾ ਜਿਹਾ ਵਾਪਸ ਆਉਂਦੇ ਹਾਂ ਆਪਣੀ ਟੌਪਿਕ ਦੇ ਉੱਪਰ। ਟੌਪਿਕ ਆਪਣੇ ਕੋਲ ਕੀ ਹੈ, ਭਾਸ਼ਾ, ਹੈ ਨਾ। ਤਾਂ ਇਸ ਦੇ ਬਾਰੇ ਗੱਲ ਕਰਦੇ ਹਾਂ। ਕੁਐਸਚਨ ਨੰਬਰ 13, ਇਹ 13 ਕੁਐਸਚਨ ਨੰਬਰ ਦੇ ਵਿੱਚ ਆਪਣੇ ਕੋਲ ਕੀ ਪੁੱਛਿਆ ਗਿਆ। ਸਭ ਤੋਂ ਪਹਿਲਾਂ ਬੱਚਾ ਕਿਸ ਦੇ ਸੰਪਰਕ ਦੇ ਵਿੱਚ ਆਉਂਦਾ ਹੈ। ਨੰਬਰ 1 ਪਰਿਵਾਰ ਦੇ ਸੰਪਰਕ ਵਿੱਚ ਆਉਂਦਾ ਹੈ, ਸਮਾਜ ਦੇ ਸੰਪਰਕ ਵਿੱਚ ਆਉਂਦਾ ਹੈ, ਸਕੂਲ ਦੇ ਸੰਪਰਕ ਦੇ ਵਿੱਚ ਆਉਂਦਾ ਹੈ, ਜਾਂ ਰਾਜਨੀਤੀ ਦੇ ਸੰਪਰਕ ਦੇ ਵਿੱਚ ਆਉਂਦਾ ਹੈ। ਸੀ ਡੀ ਨੂੰ ਤਾਂ ਮਾਰ ਦਿਓ ਜੀ ਕਾਂਟਾ, ਅੱਧਾ ਦਾ ਤਾਂ ਕੁਛ ਨਹੀਂ ਹੈ, ਹੈ ਨਾ। ਤਾਂ ਬੱਚਾ ਸਭ ਤੋਂ ਪਹਿਲਾਂ ਕਿਸ ਦੇ ਸੰਪਰਕ ਦੇ ਵਿੱਚ ਆਉਂਦਾ ਹੈ। ਵੈਰੀ ਕਾਮਨ ਔਰ ਵੈਰੀ ਰਾਈਟ ਆਂਸਰ ਦੈਟ ਇਜ਼ ਏ ਆਪਸ਼ਨ, ਕਿ ਬੱਚਾ ਕਿਸ ਦੇ ਸੰਪਰਕ ਦੇ ਵਿੱਚ ਆਉਂਦਾ ਹੈ, ਪਰਿਵਾਰ ਦੇ ਸੰਪਰਕ ਵਿੱਚ ਆਉਂਦਾ ਹੈ। ਠੀਕ ਹੈ, ਕੁਐਸਚਨ ਨੰਬਰ 14 ਬੱਚੇ ਵਿੱਚ ਭਾਸ਼ਾ ਦਾ ਵਿਕਾਸ ਦੇਖੋ ਕੁਝ ਹੱਦ ਤੱਕ ਜਨਮ ਤੋਂ ਹੋ ਜਾਂਦਾ ਹੈ। ਠੀਕ ਹੈ, 5 ਸਾਲ ਤੋਂ ਹੁੰਦਾ ਹੈ, ਸਿਰਫ ਵਿਕਸਿਤ ਸ਼ਬਦ ਭੰਡਾਰ ਤੋਂ ਹੁੰਦਾ ਹੈ, ਜਾਂ ਲਿਖਣ ਦੀ ਪ੍ਰੈਕਟਿਸ ਕਰਨ ਦੇ ਨਾਲ ਹੁੰਦਾ ਹੈ। ਜਨਮ ਤੋਂ ਬਾਅਦ ਹੀ ਬੱਚਾ ਲਿਖਣਾ ਕਿਵੇਂ ਸ਼ੁਰੂ ਕਰ ਸਕਦਾ, ਦੈਟ ਇਜ਼ ਨਾਟ ਪੋਸੀਬਲ। ਵਿਕਸਿਤ ਸ਼ਬਦ ਭੰਡਾਰ ਤੋਂ ਹੁੰਦਾ ਹੈ, ਨਹੀਂ, ਇੱਦਾਂ ਦਾ ਕੁਛ ਨਹੀਂ ਹੈ ਕਿ ਤੁਸੀਂ ਸਪੈਸੀਫਿਕ ਕੁਛ ਭੰਡਾਰ ਹੋਣਾ ਚਾਹੀਦਾ ਸ਼ਬਦਾਂ ਦਾ ਤੁਹਾਡੇ ਕੋਲ, ਤੁਸੀਂ ਉਹ ਬੱਚੇ ਨੂੰ ਸਿਖਾਓਗੇ ਤਾਂ ਹੀ ਬੱਚਾ ਸਿੱਖੇਗਾ, ਨਹੀਂ। 5 ਸਾਲ ਤੋਂ ਹੁੰਦਾ ਹੈ ਤਾਂ ਬਿਲਕੁਲ ਹੀ ਗਲਤ ਹੈ। ਆਪਾਂ ਦੇਖਦੇ ਹਾਂ 2-3 ਸਾਲ ਦਾ ਬੱਚਾ ਵਧੀਆ ਬੋਲਣਾ ਸ਼ੁਰੂ ਕਰ ਦਿੰਦਾ, ਕੁਝ ਹੱਦ ਤੱਕ ਜਨਮ ਤੋਂ ਹੀ ਹੋ ਜਾਂਦਾ ਹੈ, ਬਿਲਕੁਲ ਸਹੀ। ਹੁਣ ਤੁਸੀਂ ਕਹੋਗੇ ਮੈਮ ਐਵੇਂ ਕਿਵੇਂ, ਜਨਮ ਤੋਂ ਥੋੜ੍ਹੀ ਨਾ ਬੱਚਾ ਭਾਸ਼ਾ ਬੋਲਦਾ। ਤਾਂ ਬਿਲਕੁਲ ਤੁਸੀਂ ਆਪਣੀ ਜਗ੍ਹਾ 'ਤੇ ਸਹੀ ਹੋ, ਬਟ ਯਾਦ ਕਰੋ ਨੋਮ ਚੋਮਸਕੀ ਨੇ ਕੀ ਕਿਹਾ ਸੀ ਕਿ ਬੱਚੇ ਦੇ ਵਿੱਚ ਜੋ ਕੁਆਲਿਟੀ ਹੁੰਦੀ ਹੈ ਉਹ ਜਨਮਜਾਤ ਹੁੰਦੀ ਹੈ। ਤਾਂ ਇਸ ਤਰੀਕੇ ਨਾਲ ਆਪਾਂ ਈਜ਼ੀਲੀ ਸਮਝ ਸਕਦੇ ਹਾਂ ਕਿ ਕੁਝ ਹੱਦ ਤੱਕ ਬੱਚੇ ਦਾ ਜਨਮ ਤੋਂ ਹੀ ਹੋ ਜਾਂਦਾ ਹੈ। ਜਦੋਂ ਲਿਆਉਣਾ ਚਲਾਉਣਾ ਹੌਲੀ ਹੌਲੀ ਸ਼ੁਰੂ ਕਰ ਦਿੱਤਾ ਉਸ ਤੋਂ ਸਟਾਰਟ ਹੋ ਜਾਂਦਾ ਉਸਦਾ। ਠੀਕ ਹੈ ਜੀ, ਭਾਸ਼ਾ ਦਾ ਵਿਕਾਸ। ਕੁਐਸਚਨ ਨੰਬਰ 15 ਬੱਚਿਆਂ ਵਿੱਚ ਭਾਸ਼ਾ ਸਿੱਖਣ ਦੀ ਜਨਮਜਾਤ ਯੋਗਤਾ ਹੁੰਦੀ ਹੈ। ਬਿਲਕੁਲ ਉਹੀ ਕੁਐਸਚਨ ਆ ਗਿਆ ਜੋ ਹੁਣੀ ਮੈਂ ਕਹਿ ਕੇ ਹਟੀ ਸੀ ਕਿ ਬੱਚਿਆਂ ਦੇ ਵਿੱਚ ਭਾਸ਼ਾ ਸਿੱਖਣ ਦੀ ਯੋਗਤਾ ਜਨਮਜਾਤ ਹੁੰਦੀ ਹੈ। ਇਹ ਕਹਿਣ ਵਾਲੇ ਕੌਣ ਸੀਗੇ, ਨੋਮ ਚੋਮਸਕੀ ਸੀਗੇ। ਸੋ ਵੈਰੀ ਰਾਈਟ ਆਂਸਰ ਇਜ਼ ਬੀ ਆਪਸ਼ਨ, ਨੋਮ ਚੋਮਸਕੀ, ਜਿਨ੍ਹਾਂ ਨੇ ਕਿਹਾ ਸੀ ਕਿ ਬੱਚਾ ਭਾਸ਼ਾ ਸਿੱਖਦਾ ਹੈ, ਇਹ ਕੁਆਲਿਟੀ ਉਹਦੇ ਅੰਦਰ ਜਨਮ ਤੋਂ ਹੁੰਦੀ ਹੈ, ਬਟ ਉਹ ਭਾਸ਼ਾ ਜਨਮ ਤੋਂ ਸਿੱਖ ਕੇ ਨਹੀਂ ਆਉਂਦਾ, ਉਹ ਆਫਟਰ ਬਰਥ ਸਿੱਖਦਾ ਹੈ। ਠੀਕ ਹੈ ਜੀ। 16 ਸੌਰੀ ਰਿਪੀਟ ਹੋ ਗਿਆ ਮੇ ਬੀ ਕੁਐਸਚਨ। ਵਾਈਗੋਸਕੀ ਨੇ ਭਾਸ਼ਾ ਦੇ ਸੰਦਰਭ ਵਿੱਚ ਸਭ ਤੋਂ ਵੱਧ ਕਿੱਥੇ ਜ਼ੋਰ ਦਿੱਤਾ ਸੀ, ਸਮਾਜ ਦੇ ਉੱਪਰ ਜ਼ੋਰ ਦਿੱਤਾ ਸੀ। ਠੀਕ ਹੈ ਜੀ। ਹਾਂਜੀ, ਕੁਐਸਚਨ ਨੰਬਰ 17 ਕੁਐਸਚਨ ਦੇ ਵਿੱਚ ਕੀ ਪੁੱਛਿਆ ਗਿਆ ਹੈ, ਭਾਸ਼ਾ ਸਿੱਖਿਆ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਠੀਕ ਹੈ। ਦੂਜੀ ਭਾਸ਼ਾ ਜਾਂ ਵਿਦੇਸ਼ੀ ਭਾਸ਼ਾ ਸਿੱਖਣ ਦੇ ਲਈ ਮਾਤ ਭਾਸ਼ਾ ਰੁਕਾਵਟ ਬਣਦੀ ਹੈ। ਤਾਂ ਦੇਖੋ ਕੋਈ ਵੀ ਤੁਹਾਡੀ ਮਦਰ ਟੰਗ ਹੈ ਉਹ ਤੁਹਾਡੀ ਹੈਲਪ ਕਰਦੀ ਹੈ। ਕੱਲ੍ਹ ਆਪਾਂ ਟੌਪਿਕ ਕੀਤਾ ਸੀ ਤਾਂ ਇਸ ਚੀਜ਼ ਨੂੰ ਮੈਂ ਕਾਫੀ ਡਿਟੇਲ ਦੇ ਵਿੱਚ ਸਮਝਾਇਆ ਸੀ ਕਿ ਫੋਰ ਐਗਜ਼ਾਮਪਲ ਆਪਾਂ ਅੱਜ ਵੀ ਆਈਲੈਟਸ ਕਰਨ ਲੱਗ ਜਾਈਏ, ਆਪਾਂ ਇੰਨੇ ਵੱਡੇ ਹੋ ਕੇ ਵੀ ਜਦੋਂ ਆਇਲਸ ਕਰਦੇ ਹਾਂ, ਆਇਲਸ ਕਰਨ ਦੇ ਨਾਲ ਆਪਾਂ ਇੰਗਲਿਸ਼ ਲੈਂਗੁਏਜ ਨੂੰ ਸਿੱਖ ਰਹੇ ਹਾਂ, ਚਾਰੋਂ ਮੋਡਿਊਲਸ ਕਰ ਰਹੇ ਹਾਂ, ਤਾਂ ਉਹਦੇ ਵਿੱਚ ਵੀ ਆਪਾਂ ਨੂੰ ਟਰਾਂਸਲੇਸ਼ਨ ਦੇ ਲਈ, ਸਮਝਣ ਦੇ ਲਈ, ਡਾਊਟਸ ਕਲੀਅਰ ਕਰਨ ਦੇ ਲਈ ਪੰਜਾਬੀ ਭਾਸ਼ਾ ਦੀ ਲੋੜ ਪੈਂਦੀ ਆ। ਤਾਂ ਕੋਈ ਵੀ ਅਨਦਰ ਲੈਂਗੁਏਜ ਤੁਸੀਂ ਸਿੱਖਣੀ ਹੈ, ਸੈਕਿੰਡ ਲੈਂਗੁਏਜ ਹੋਵੇ ਜਾਂ ਵਿਦੇਸ਼ੀ ਭਾਸ਼ਾ ਹੋਵੇ, ਤਾਂ ਤੁਹਾਨੂੰ ਮਾਤ ਭਾਸ਼ਾ ਹੈਲਪ ਕਰਦੀ ਹੈ, ਰੁਕਾਵਟ ਨਹੀਂ ਬਣਦੀ। ਸੋ ਦੈਟ ਇਜ਼ ਵੈਰੀ ਰੋਂਗ ਕਿ ਉਹ ਕਹਿ ਰਹੇ ਨੇ ਕਿ ਰੁਕਾਵਟ ਬਣਦੀ ਹੈ, ਗਲਤ ਹੈ ਇਹ। ਠੀਕ ਹੈ, ਜਿਸ ਨੂੰ ਮਾਤ ਭਾਸ਼ਾ ਆਉਂਦੀ ਹੈ ਉਸਨੂੰ ਹੋਰ ਕੋਈ ਭਾਸ਼ਾ ਸਿੱਖਣ ਦੀ ਜ਼ਰੂਰਤ ਨਹੀਂ ਹੈ। ਬੀ ਆਪਸ਼ਨ ਦੈਟ ਇਜ਼ ਆਲਸੋ ਵੈਰੀ ਰੋਂਗ। ਹੁਣ ਅਗਰ ਆਪਾਂ ਨੂੰ ਪੰਜਾਬੀ ਆਉਂਦੀ ਹੈ, ਇਟ ਡਜ਼ਨਟ ਮੀਨ ਕਿ ਆਪਾਂ ਇੰਗਲਿਸ਼ ਔਰ ਹਿੰਦੀ ਜੋ ਕੋਈ ਵੀ ਅਨਦਰ ਲੈਂਗੁਏਜ ਆਪਾਂ ਨਹੀਂ ਸਿੱਖ ਸਕਦੇ। ਆਪਾਂ ਸਿੱਖ ਸਕਦੇ ਹਾਂ, ਆਪਣੇ ਕੰਮ ਵੀ ਆਉਂਦੇ ਔਰ ਜ਼ਰੂਰੀ ਵੀ ਆ ਅੱਜ ਦੇ ਟਾਈਮ ਦੇ ਵਿੱਚ। ਓਨਲੀ ਮਦਰ ਟੰਗ ਇਜ਼ ਨੋਟ ਇਨਫ। ਠੀਕ ਹੈ। ਸੀ ਦੂਸਰੀ ਭਾਸ਼ਾ ਸਿੱਖਣ ਦਾ ਇੱਕੋ ਇੱਕ ਤਰੀਕਾ ਸਕੂਲ ਅਤੇ ਘਰ ਦੇ ਵਿੱਚ ਉਹੀ ਭਾਸ਼ਾ ਬੋਲਣਾ ਹੈ। ਚਲੋ ਇੱਕ ਵਾਰੀ ਇਸਨੂੰ ਰੱਖ ਲੈਂਦੇ ਹਾਂ। ਇਹਦੇ ਵਿੱਚ ਕਹਿਣ ਦਾ ਮਤਲਬ ਕੀ ਹੈ, ਇਹਦੇ ਵਿੱਚ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਦੂਸਰੀ ਲੈਂਗੁਏਜ ਸਿੱਖਣੀ ਹੈ ਤਾਂ ਉਹਦਾ ਸਿਰਫ ਇੱਕੋ ਹੀ ਤਰੀਕਾ ਹੈ ਕਿ ਸਕੂਲ ਦੇ ਵਿੱਚ ਅਤੇ ਘਰ ਦੇ ਵਿੱਚ ਉਹ ਲੈਂਗੁਏਜ ਬੋਲੀ ਜਾਣੀ ਚਾਹੀਦੀ ਹੈ। ਫੋਰ ਐਗਜ਼ਾਮਪਲ ਆਪਾਂ ਇੰਗਲਿਸ਼ ਸਿੱਖ ਰਹੇ ਹਾਂ, ਆਇਲਸ ਦੀ ਐਗਜ਼ਾਮਪਲ ਲੈ ਲਓ ਕਿਉਂਕਿ ਅੱਜ ਕੱਲ੍ਹ ਸਾਰੇ ਕਰ ਰਹੇ ਨੇ, ਤਾਂ ਘਰ ਦੇ ਵਿੱਚ ਵੀ ਸਾਰੇ ਇੰਗਲਿਸ਼ ਬੋਲਣ, ਔਰ ਜਿੱਥੇ ਤੁਸੀਂ ਜਾ ਰਹੇ ਹੋ ਸਕੂਲ ਹੋ ਗਿਆ ਜਾਂ ਕੋਚਿੰਗ ਸੈਂਟਰ ਹੋ ਗਿਆ ਜਾਂ ਕੋਈ ਵੀ ਸੈਂਟਰ ਹੋ ਗਿਆ, ਉੱਥੇ ਵੀ ਸਾਰੇ ਜਣੇ ਇੰਗਲਿਸ਼ ਬੋਲਣ। ਠੀਕ ਹੈ। ਡੀ ਆਪਾਂ ਨੂੰ ਕਹਿੰਦੇ ਮਾਤ ਭਾਸ਼ਾ ਠੀਕ ਤਰ੍ਹਾਂ ਸਿੱਖਣ ਨਾਲ ਉਸ ਤੋਂ ਬਾਅਦ ਕੋਈ ਵੀ ਹੋਰ ਭਾਸ਼ਾ ਠੀਕ ਤਰ੍ਹਾਂ ਸਿੱਖੀ ਜਾ ਸਕਦੀ ਹੈ। ਆਈ ਥਿੰਕ ਸੋ ਦਿਸ ਇਜ਼ ਆਲਸੋ ਨੋਟ ਰਾਈਟ ਆਪਸ਼ਨ।
ਐਜ਼ ਮਚ ਡੀ। ਸੀ ਆਪਸ਼ਨ ਦੇ ਵਿੱਚ ਕੀ ਹੈ ਕਿ ਅਗਰ ਤੁਹਾਡੇ ਜਦੋਂ ਤੱਕ ਤੁਹਾਡੇ ਇਨਵਾਇਰਮੈਂਟ ਦੇ ਵਿੱਚ, ਘਰ ਦੇ ਵਿੱਚ, ਫਰੈਂਡਸ ਦੇ ਵਿੱਚ ਜਾਂ ਸੈਂਟਰ ਦੇ ਵਿੱਚ, ਸਕੂਲ ਦੇ ਵਿੱਚ ਤੁਸੀਂ ਇੰਗਲਿਸ਼ ਨਹੀਂ ਬੋਲਦੇ, ਤੁਸੀਂ ਸਿੱਖ ਨਹੀਂ ਸਕਦੇ। ਜਦ ਕਿ ਇੱਦਾਂ ਦਾ ਕੁਛ ਨਹੀਂ ਹੈ। ਆਪਾਂ ਸਿੱਖਦੇ ਹਾਂ ਹੈ ਨਾ, ਆਪਣੇ ਘਰ ਦੇ ਵਿੱਚ ਕੌਣ ਕਿੰਨੀ ਕੁ ਇੰਗਲਿਸ਼ ਬੋਲਦਾ, ਫਿਰ ਵੀ ਆਪਾਂ ਸਿੱਖਦੇ ਹਾਂ। ਤਾਂ ਡੀ ਆਨਸਰ ਇਹਦਾ ਬਿਲਕੁਲ ਸਹੀ ਹੋਊਗਾ ਕਿ ਜੇਕਰ ਤੁਹਾਨੂੰ ਮਦਰ ਟੰਗ ਬਹੁਤ ਵਧੀਆ ਆਉਂਦੀ ਹੈ ਤਾਂ ਉਹਦੀ ਹੈਲਪ ਦੇ ਨਾਲ ਤੁਸੀਂ ਕੋਈ ਵੀ ਅਨਦਰ ਲੈਂਗੁਏਜ ਸਿੱਖ ਸਕਦੇ ਹੋ। ਕੁਐਸਚਨ ਨੰਬਰ 18 ਦੇ ਵਿੱਚ ਕਿਹਾ ਗਿਆ ਭਾਸ਼ਾ ਅਖਤਿਆਰ ਕਰਨ ਦਾ ਸਭ ਤੋਂ ਅਹਿਮ ਢੰਗ ਕੀ ਹੈ। ਹੁਣ ਰਿਮੈਂਬਰ ਦ ਵਰਡਸ। ਅਖਤਿਆਰ ਦਾ ਮਤਲਬ ਕੀ ਹੁੰਦਾ ਹੈ ਨਾ, ਅਖਤਿਆਰ ਦਾ ਮਤਲਬ ਹੁੰਦਾ ਪ੍ਰਾਪਤ ਕਰਨਾ। ਹੁਣ ਕਿਉਂਕਿ ਇੱਥੇ ਸਿੱਖਣਾ ਨਹੀਂ ਕਿਹਾ ਗਿਆ, ਇੱਥੇ ਅਖਤਿਆਰ ਕਿਹਾ ਗਿਆ, ਤਾਂ ਮਤਲਬ ਇਹ ਕਿਹਦੀ ਗੱਲ ਕਰ ਰਹੇ ਨੇ ਜੀ, ਇਹ ਮਦਰ ਟੰਗ ਦੀ ਗੱਲ ਕਰ ਰਹੇ ਨੇ। ਸੋ ਭਾਸ਼ਾ ਅਰਜਨ ਕਰਨਾ, ਅਖਤਿਆਰ ਕਰਨਾ, ਇਹਦਾ ਮਤਲਬ ਹੁੰਦਾ ਹੈ ਕਿ ਉਹ ਮਦਰ ਟੰਗ ਦੀ ਗੱਲ ਕਰ ਰਹੇ ਨੇ। ਠੀਕ ਹੈ। ਭਾਸ਼ਾ ਪ੍ਰਾਪਤ ਕਰਨਾ, ਠੀਕ ਹੈ, ਉਸਨੂੰ ਕੁਦਰਤੀ ਵਾਤਾਵਰਨ ਦੇ ਵਿੱਚ ਸੁਣਨਾ, ਸਭ ਤੋਂ ਅਹਿਮ ਢੰਗ। ਉਚਿਤ ਸਮੱਗਰੀ ਪੜ੍ਹਨਾ, ਛੋਟਾ ਬੱਚਾ ਕਿੱਥੇ ਸਮੱਗਰੀ ਪੜ੍ਹਦਾ, ਫਿਰ ਵੀ ਉਹ ਸਿੱਖ ਲੈਂਦਾ ਨਾ, ਮਤਲਬ ਸਮਝ ਲੈਂਦਾ, ਅਖਤਿਆਰ ਕਰ ਲੈਂਦਾ, ਪ੍ਰਾਪਤ ਕਰ ਲੈਂਦਾ ਭਾਸ਼ਾ ਨੂੰ। ਵਿਆਕਰਨ ਸਿੱਖਣਾ, ਗ੍ਰਾਮਰ ਕਿੱਥੇ ਸਿੱਖਦੇ ਆਪਾਂ ਮਦਰ ਟੰਗ ਦੀ ਗੱਲ ਕਰਦੇ ਹੋਏ। ਜਮਾਤ ਵਿੱਚ ਉਪਚਾਰਿਕ ਅਧਿਆਪਨ, ਜਮਾਤ ਨਹੀਂ ਆ, ਅਧਿਆਪਨ ਨਹੀਂ ਆ, ਤਾਂ ਇਹ ਆਪਸ਼ਨ ਆਪਣੇ ਕੋਲ ਬਿਲਕੁਲ ਰਾਈਟ ਹੈ। ਹੁਣ ਇੱਥੇ ਮੈਂ ਰਿਪੀਟ ਕਰਦਾ, ਬਹੁਤ ਸਾਰੇ ਬੱਚੇ ਇੱਥੇ ਕਨਫਿਊਜ਼ ਹੋ ਜਾਣਗੇ। ਅੱਛਾ ਬੀ ਵੀ ਤਾਂ ਸਹੀ ਸੀਗਾ, ਸੀ ਵੀ ਤਾਂ ਸਹੀ ਸੀ, ਜੇਕਰ ਉਹਨਾਂ ਨੂੰ ਅਖਤਿਆਰ ਦਾ ਮਤਲਬ ਨਹੀਂ ਪਤਾ ਹੋਊਗਾ। ਤਾਂ ਅਖਤਿਆਰ ਦਾ ਮਤਲਬ ਮਦਰ ਟੰਗ ਦੇ ਨਾਲ ਰਿਲੇਟਡ ਹੈ, ਫਸਟ ਲੈਂਗੁਏਜ ਦੇ ਨਾਲ ਰਿਲੇਟਡ ਹੈ, ਜਿਹੜੀ ਕਿ ਤੁਸੀਂ ਆਪਣੇ ਪੇਰੈਂਟਸ ਤੋਂ ਲੈਂਦੇ ਹੋ। ਠੀਕ ਹੈ ਜੀ। 19th ਕੁਐਸਚਨ ਜੋ ਹੈ ਭਾਸ਼ਾ ਪ੍ਰਾਪਤੀ ਤੇ ਭਾਸ਼ਾ ਸਿੱਖਣਾ। ਅਗੇਨ ਦਾ ਕੁਐਸਚਨ ਕਿ ਭਾਸ਼ਾ ਪ੍ਰਾਪਤੀ ਵਿਚ ਇਜ਼ ਮਦਰ ਟੰਗ, ਭਾਸ਼ਾ ਸਿੱਖਣਾ ਵਿਚ ਇਜ਼ ਐਨੀ ਸੈਕੰਡ ਲੈਂਗੁਏਜ ਜੋ ਤੁਸੀਂ ਸਕੂਲ ਦੇ ਵਿੱਚ ਸਿੱਖਦੇ ਹੋ। ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? ਦੋਨਾਂ ਦੇ ਵਿੱਚ ਡਿਫਰੈਂਸ ਭਾਸ਼ਾ ਦੀ ਜਟਿਲਤਾ ਦਾ, ਠੀਕ ਹੈ, ਕਿ ਪਹਿਲੀ ਈਜ਼ੀ ਹੁੰਦੀ ਹੈ, ਦੂਜੀ ਡਿਫਿਕਲਟ ਹੁੰਦੀ ਹੈ। ਸ਼ਬਦ ਵਾਕ ਤੇ ਅਰਥ ਦਾ, ਮਤਲਬ ਪਹਿਲੇ ਦੇ ਵਿੱਚ ਸ਼ਬਦ ਸ਼ਾਇਦ ਈਜ਼ੀ ਹੁੰਦੇ ਹੋਣੇ ਤਾਂ ਤੁਸੀਂ ਸਿੱਖ ਲੈਂਦੇ ਹੋਣੇ ਹੈ ਨਾ। ਸਹਿਜਤਾ ਤੇ ਸੁਭਾਵਿਕਤਾ ਦਾ। ਭਾਸ਼ਾਈ ਸਮੱਗਰੀ ਦਾ, ਦੇਖੋ ਭਾਸ਼ਾਈ ਸਮੱਗਰੀ ਤਾਂ ਪਹਿਲੀ ਲੈਂਗੁਏਜ ਦੇ ਵਿੱਚ ਯੂਜ਼ ਹੀ ਨਹੀਂ ਕੀਤੀ ਜਾਂਦੀ। ਦੂਸਰੀ ਗੱਲ, ਆਪਾਂ ਇਹ ਨਹੀਂ ਕਹਿ ਸਕਦੇ ਕਿ ਸ਼ਬਦਾਂ ਦਾ ਜਾਂ ਵਾਕਾਂ ਦਾ ਅਰਥ ਹੈ ਉਸਦਾ ਵਿੱਚ ਡਿਫਰੈਂਸ ਹੈ, ਉਹਦੇ ਕਰਕੇ ਡਿਫਰੈਂਸ ਹੈ ਕਿਉਂਕਿ ਜੋ ਆਪਣੀ ਮਦਰ ਟੰਗ ਹੈ ਉਹ ਕਿਸੇ ਹੋਰ ਦੇ ਲਈ ਸੈਕੰਡ ਲੈਂਗੁਏਜ ਹੋ ਸਕਦੀ ਹੈ। ਸੋ ਇੱਦਾਂ ਦਾ ਕੁਛ ਨਹੀਂ ਹੈ। ਠੀਕ ਹੈ। ਭਾਸ਼ਾ ਦੀ ਜਟਿਲਤਾ ਬਿਲਕੁਲ ਨਹੀਂ। ਅਗੇਨ ਆਈ ਵਿਲ ਰਿਪੀਟ ਕਿ ਜੋ ਆਪਣੀ ਮਦਰ ਟੰਗ ਹੈ ਉਹ ਕਿਸੇ ਹੋਰ ਲਈ ਸੈਕੰਡ ਲੈਂਗੁਏਜ ਹੋ ਸਕਦੀ ਹੈ। ਠੀਕ ਹੈ। ਫਿਰ ਇਹਦਾ ਮਤਲਬ ਤਾਂ ਆਪਣੀ ਈਜ਼ੀ ਹੋਈ ਉਹਨਾਂ ਦੀ ਸੈਕੰਡ ਲੈਂਗੁਏਜ ਡਿਫਿਕਲਟ ਹੋ ਗਈ, ਇੱਦਾਂ ਦਾ ਕੁਛ ਨਹੀਂ ਹੁੰਦਾ। ਇਹਦੇ ਵਿੱਚ ਆਪਾਂ ਆਲਰੇਡੀ ਬਹੁਤ ਪੜ੍ਹਿਆ ਸੀ, ਸਟਾਰਟਿੰਗ ਦੇ ਵਿੱਚ ਹੀ ਇਹ ਗੱਲ ਸੀ ਕਿ ਬੱਚਾ ਜਦੋਂ ਮਦਰ ਟੰਗ ਨੂੰ ਸਿੱਖਦਾ ਤਾਂ ਬਹੁਤ ਹੀ ਸਹਿਜ ਅਤੇ ਸੁਭਾਵਿਕ ਤਰੀਕੇ ਨਾਲ ਸਿੱਖ ਲੈਂਦਾ ਹੈ ਨਾ। ਇਹ ਲਾਈਨ ਆਪਾਂ ਪੜ੍ਹੀ ਸੀ, ਤਾਂ ਉਹਦੇ ਵਿੱਚ ਦੇਖੋ ਕੁਐਸਚਨ ਬਣਿਆ ਹੋਇਆ ਕਿ ਸਹਿਜ ਅਤੇ ਸੁਭਾਵਿਕ ਤਰੀਕੇ ਦਾ ਫਰਕ ਹੁੰਦਾ ਹੈ ਭਾਸ਼ਾ ਪ੍ਰਾਪਤੀ ਅਤੇ ਭਾਸ਼ਾ ਸਿੱਖਣਾ ਦੇ ਵਿੱਚ, ਔਰ ਐਗਜ਼ਾਮ ਦੇ ਵਿੱਚ ਆਇਆ ਹੋਇਆ ਕੁਐਸਚਨ ਹੈ। ਸੋ ਕੱਲਾ ਨੋਟਸ ਤੁਹਾਡੇ ਲਈ ਇੰਪੋਰਟੈਂਟ ਹੈ। ਠੀਕ ਹੈ। ਹਾਂਜੀ, ਭਾਸ਼ਾ ਦਾਤ ਮਿਲੀ ਹੈ, ਕਿੱਥੋਂ ਮਿਲੀ ਹੈ? ਕੁਦਰਤ ਤੋਂ ਮਿਲੀ ਹੈ, ਨੇਚਰ ਨੇ ਆਪਾਂ ਨੂੰ ਦਿੱਤੀ ਹੈ ਲੈਂਗੁਏਜ। ਸੱਭਿਆਚਾਰ ਤੋਂ ਮਿਲੀ ਹੈ, ਆਪਣੇ ਇਤਿਹਾਸ ਤੋਂ ਮਿਲੀ ਹੈ, ਜਾਂ ਆਪਣੇ ਸਮਾਜ ਤੋਂ ਮਿਲੀ ਹੈ। ਧਿਆਨ ਨਾਲ ਸੋਚੋ, ਕੀ ਭਾਸ਼ਾ ਆਪਾਂ ਨੂੰ ਕੁਦਰਤ ਤੋਂ ਮਿਲੀ ਹੈ? ਜੀ ਨਹੀਂ, ਭਾਸ਼ਾ ਇਨਸਾਨ ਨੇ ਬਣਾਈ ਹੈ। ਬਹੁਤ ਟਾਈਮ ਪਹਿਲਾਂ ਜਦੋਂ ਬਿਲਕੁਲ ਹੀ ਸਟਾਰਟਿੰਗ ਸੀ, ਉਦੋਂ ਇਨਸਾਨ ਕੋਲ ਭਾਸ਼ਾ ਨਹੀਂ ਸੀ। ਹੌਲੀ ਹੌਲੀ ਉਹਨਾਂ ਨੇ ਆਪਣੇ ਵਿਚਾਰਾਂ ਨੂੰ ਰੱਖਣ ਦੇ ਲਈ ਹੌਲੀ ਟਾਈਮ ਦੇ ਨਾਲ ਹੁੰਦਾ ਗਿਆ। ਬਟ ਕੁਦਰਤ ਵੱਲੋਂ ਭਾਸ਼ਾ ਨਹੀਂ ਮਿਲੀ ਹੈਗੀ, ਆਪਾਂ ਨੂੰ ਭਾਸ਼ਾ ਮਿਲੀ ਹੈ ਸਮਾਜ ਵੱਲੋਂ। ਠੀਕ ਹੈ। ਇਤਿਹਾਸ ਨਹੀਂ ਕਹਿ ਸਕਦੇ, ਸੱਭਿਆਚਾਰ ਨਹੀਂ ਕਹਿ ਸਕਦੇ, ਕਿਉਂਕਿ ਦੇਜ਼ ਆਰ ਆਲਸੋ ਅ ਪਾਰਟ ਆਫ ਸਮਾਜ। ਠੀਕ ਹੈ। ਹਾਂਜੀ, 21st ਕੁਐਸਚਨ ਕੀ ਹੈ? ਭਾਸ਼ਾ ਸੰਬੰਧੀ ਕਿਹੜਾ ਕਥਨ ਦਰੁਸਤ ਹੈ? ਕਿਹੜਾ ਕਥਨ ਬਿਲਕੁਲ ਸਹੀ ਹੈ? ਭਾਸ਼ਾ ਸਮਾਜ ਤੋਂ ਬਾਹਰ ਮੌਜੂਦ ਅਤੇ ਵਿਕਸਿਤ ਨਹੀਂ ਹੋ ਸਕਦੀ। ਆਈ ਥਿੰਕ ਸੋ ਇਟ ਇਜ਼ ਰਾਈਟ ਕਿ ਭਾਸ਼ਾ ਸਮਾਜ ਤੋਂ ਬਾਹਰ ਤੁਸੀਂ ਸਿੱਖ ਹੀ ਨਹੀਂ ਸਕਦੇ। ਜੰਗਲਾਂ ਦੇ ਵਿੱਚ ਰਹਿ ਲਓ, ਇੱਕ ਬੰਦ ਕਮਰੇ ਦੇ ਵਿੱਚ ਵੀ ਰਹਿ ਲਓ ਹੈ ਨਾ, ਤਾਂ ਵੀ ਤੁਸੀਂ ਭਾਸ਼ਾ ਨਹੀਂ ਸਿੱਖ ਸਕਦੇ ਜਦੋਂ ਤੱਕ ਤੁਸੀਂ ਸੁਸਾਇਟੀ ਦੇ ਵਿੱਚ ਨਹੀਂ ਆਉਂਦੀ। ਇੱਕ ਵਾਰੀ ਇਸ ਨੂੰ ਰੱਖਦੇ ਹਾਂ ਆਪਾਂ। ਸੈਕਿੰਡ, ਭਾਸ਼ਾ ਸਿਰਫ ਜਮਾਤ ਵਿੱਚ ਹੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਤਾਂ ਬਹੁਤ ਜ਼ਿਆਦਾ ਗਲਤ ਕੰਮ ਹੋ ਗਿਆ। ਮਦਰ ਟੰਗ ਦੀ ਐਗਜ਼ਾਮਪਲ ਬੈਸਟ ਐਗਜ਼ਾਮਪਲ ਹੈ ਹਰ ਇੱਕ ਚੀਜ਼ ਦੇ ਵਿੱਚ, ਹਰ ਇੱਕ ਕੁਐਸਚਨ ਦੇ ਵਿੱਚ, ਕਿ ਤੁਸੀਂ ਆਪਣੇ ਘਰ ਦੇ ਵਿੱਚ ਰਹਿ ਕੇ ਬਿਨਾਂ ਕਲਾਸਿਸ ਤੋਂ, ਬਿਨਾਂ ਗ੍ਰਾਮਰ ਤੋਂ ਬਹੁਤ ਵਧੀਆ ਸਿੱਖਦੇ ਹੋ ਹੈ ਨਾ। ਸੋ ਬੀ ਆਪਸ਼ਨ ਤਾਂ ਗਲਤ ਹੋ ਗਈ। ਸਾਰੀਆਂ ਭਾਸ਼ਾਵਾਂ ਇੱਕ ਲਿਪੀ ਵਿੱਚ ਨਹੀਂ ਲਿਖੀਆਂ ਜਾ ਸਕਦੀਆਂ, ਦੈਟ ਇਜ਼ ਆਲਸੋ ਵੈਰੀ ਰੋਂਗ। ਬਹੁਤ ਸਾਰੀਆਂ ਇਹੋ ਜਿਹੀਆਂ ਲੈਂਗੁਏਜਿਸ ਨੇ ਜਿਨ੍ਹਾਂ ਦੀ ਲਿਪੀ ਸੇਮ ਹੁੰਦੀ ਹੈ। ਠੀਕ ਹੈ ਜੀ, ਜਿਨ੍ਹਾਂ ਦੀ ਲਿਪੀ ਸੇਮ ਹੁੰਦੀ ਹੈ। ਜਿਵੇਂ ਕਿ ਦੇਵਨਾਗਰੀ ਲਿਪੀ ਤੋਂ ਬਹੁਤ ਸਾਰੀਆਂ ਲੈਂਗੁਏਜਿਸ ਨੇ ਜਿਹੜੀਆਂ ਬਣਾਈਆਂ ਗਈਆਂ ਨੇ। ਸੋ ਸੀ ਆਪਸ਼ਨ ਇਜ਼ ਆਲਸੋ ਰੋਂਗ ਆਪਸ਼ਨ। ਡੀ ਆਪਣੇ ਕੋਲ ਕੀ ਹੈ? ਭਾਸ਼ਾ ਦਾ ਸਮਾਜ ਅਤੇ ਸੱਭਿਆਚਾਰ ਨਾਲ ਕੋਈ ਰਿਸ਼ਤਾ ਨਹੀਂ ਹੈ, ਤਾਂ ਹੈ ਹੀ ਗਲਤ, ਉਹ ਤਾਂ ਦਿਖ ਹੀ ਰਿਹਾ ਹੈ ਨਾ। ਭਾਸ਼ਾ ਸਮਾਜ ਤੋਂ ਹੀ ਤਾਂ ਬਣਦੀ ਹੈ, ਸੱਭਿਆਚਾਰ ਤੋਂ ਹੀ ਤਾਂ ਬਣਦੀ ਹੈ, ਤਾਂ ਇਹ ਆਪਸ਼ਨ ਆਪਣੇ ਕੋਲ ਇੱਥੇ ਰਾਈਟ ਹੋਊਗਾ। ਕੁਐਸਚਨ ਨੰਬਰ 22 ਦੇ ਵਿੱਚ ਕੀ ਹੈ? ਪ੍ਰਾਇਮਰੀ ਪੱਧਰ 'ਤੇ ਇਹ ਸਹੀ ਹੈ ਕਿ ਬੱਚਿਆਂ ਨੂੰ ਮਾਤ ਭਾਸ਼ਾ ਵਿੱਚ ਪੜ੍ਹਾਇਆ ਜਾਵੇ। ਮਤਲਬ ਪ੍ਰਾਇਮਰੀ ਪੱਧਰ ਦੀ ਗੱਲ ਹੋ ਰਹੀ ਹੈ, ਪੇਪਰ 1 ਦੇ ਵਿੱਚ ਕੁਐਸਚਨ ਆਇਆ ਹੋਇਆ ਇਹ। 1st to 5th ਕਲਾਸ ਦੇ ਜਿਹੜੇ ਬੱਚੇ ਨੇ, ਕੋਸ਼ਿਸ਼ ਕੀਤੀ ਜਾਵੇ ਵੀ ਉਹਨਾਂ ਨੂੰ ਉਹਨਾਂ ਦੀ ਮਦਰ ਟੰਗ ਦੇ ਵਿੱਚ ਪੜ੍ਹਾਇਆ ਜਾਵੇ। ਕਿਉਂ?
ਬੱਚਿਆਂ ਵਿੱਚ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ, ਮਤਲਬ ਬੱਚਿਆਂ ਦੇ ਵਿੱਚ ਕੌਨਫੀਡੈਂਸ ਆਉਂਦਾ ਇਹਦੇ ਨਾਲ। ਠੀਕ ਹੈ, ਹਾਂ ਰੱਖ ਸਕਦੇ ਹਾਂ, ਇੱਕ ਵਾਰੀ ਦੇਖਦੇ ਹਾਂ ਹੋਰ ਆਪਸ਼ਨਸ ਨੂੰ। ਬੱਚਿਆਂ ਵਿੱਚ ਪੜ੍ਹਾਈ ਆਸਾਨ ਬਣ ਜਾਂਦੀ ਹੈ। ਆਈ ਡੋਂਟ ਥਿੰਕ ਸੋ ਕਿ ਬੈਟਰ ਏ ਬੀ ਦੇ ਵਿੱਚ ਤਾਂ ਜ਼ਿਆਦਾ ਬੈਟਰ ਏ ਹੀ ਸਾਊਂਡ ਕਰ ਰਿਹਾ। ਬੌਧਿਕ ਵਿਕਾਸ ਵਿੱਚ ਮਦਦਗਾਰ ਹੁੰਦੀ ਹੈ। ਬੱਚਿਆਂ ਨੂੰ ਕੁਦਰਤੀ ਵਾਤਾਵਰਣ ਸਮਝਣ ਦੇ ਵਿੱਚ ਮਦਦ ਮਿਲਦੀ ਹੈ। ਹਾਂਜੀ, ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕਿਹੜੀ ਆਪਸ਼ਨ ਬਿਲਕੁਲ ਸਹੀ ਹੋਊਗੀ? ਬੱਚਿਆਂ ਵਿੱਚ ਆਤਮ ਵਿਸ਼ਵਾਸ ਦਾ ਵਿਕਾਸ ਹੁੰਦਾ ਹੈ, ਬੱਚਿਆਂ ਵਿੱਚ ਪੜ੍ਹਾਈ ਆਸਾਨ ਹੋ ਜਾਂਦੀ ਹੈ, ਬੌਧਿਕ ਵਿਕਾਸ ਵਿੱਚ ਮਦਦਗਾਰ ਹੁੰਦੀ ਹੈ। ਹੁਣ ਜੇਕਰ ਆਪਾਂ ਧਿਆਨ ਨਾਲ ਸੋਚੀਏ, ਕੋਈ ਵੀ ਹੋਰ ਲੈਂਗੁਏਜ ਨਾਲ ਜੇਕਰ ਤੁਸੀਂ ਪੜ੍ਹਾਉਂਦੇ ਹੋ ਤਾਂ ਕੀ ਬੱਚਿਆਂ ਦਾ ਬੌਧਿਕ ਵਿਕਾਸ ਨਹੀਂ ਹੁੰਦਾ? ਹੈ ਨਾ। ਡੀ ਆਪਸ਼ਨ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਐਕੂਰੇਟ ਹੈ। ਬੱਚਿਆਂ ਨੂੰ ਕੁਦਰਤੀ ਵਾਤਾਵਰਣ ਸਮਝਣ ਦੇ ਵਿੱਚ ਸਹਾਇਤਾ ਹੁੰਦੀ ਹੈ, ਔਰ ਜਿੰਨਾ ਉਹ ਆਪਣੇ ਨੇਚਰ ਦੇ ਨਾਲ, ਇਨਵਾਇਰਮੈਂਟ ਦੇ ਨਾਲ ਨੈਚੁਰਲੀ ਰਿਲੇਟ ਕਰ ਪਾਉਂਦੇ ਨੇ, ਉਹਨਾਂ ਵਧੀਆ ਉਹ ਸਿੱਖ ਪਾਉਂਦੇ ਨੇ। ਸੋ ਡੀ ਆਪਸ਼ਨ ਇੱਥੇ ਸਹੀ ਹੈ। ਠੀਕ ਹੈ ਜੀ। 23rd ਆਪਸ਼ਨ, ਭਾਸ਼ਾ ਦੇ ਵਿਗਿਆਨ ਨੂੰ ਕਿਹਾ ਜਾਂਦਾ ਹੈ ਸ਼ੈਲੀ ਵਿਗਿਆਨ, ਧੁਨੀ ਵਿਗਿਆਨ, ਭਾਸ਼ਾ ਵਿਗਿਆਨ, ਸ਼ਾਬਦਿਕ ਵਿਗਿਆਨ। ਕਲੀਅਰ ਹੈ? ਭਾਸ਼ਾ ਵਿਗਿਆਨ, ਸੀ ਆਪਸ਼ਨ। ਠੀਕ ਹੈ। ਕੁਐਸਚਨ ਨੰਬਰ 24, ਕੁਐਸਚਨ ਨੰਬਰ 24, ਕਿਹੜੀ ਭਾਸ਼ਾ ਬੱਚਾ ਸਕੂਲ ਵਿੱਚੋਂ ਗ੍ਰਹਿਣ ਕਰਦਾ ਹੈ? ਤਾਂ ਦੱਸੋ ਜੀ ਕਿਹੜੀ ਭਾਸ਼ਾ ਕਰਦਾ ਹੈ? ਕਿ ਮਾਤ ਭਾਸ਼ਾ ਬੱਚਾ ਸਕੂਲ 'ਚੋਂ ਗ੍ਰਹਿਣ ਕਰਦਾ ਹੈ? ਬਿਲਕੁਲ ਨਹੀਂ, ਹੁਣ ਤੱਕ ਤਾਂ ਰੱਟ ਚੁੱਕੇ ਹੋਣੇ, ਤੁਹਾਡੇ ਟਿਪਸ ਦੇ ਹੋਣੇ। ਆਈ ਹੋਪ ਤੁਸੀਂ ਮੇਰੇ ਤੋਂ ਪਹਿਲਾਂ ਆਨਸਰ ਦੇ ਚੁੱਕੇ ਹੋਵੋਗੇ। ਦੂਜੀ ਭਾਸ਼ਾ, ਤਾਂ ਦੂਜੀ ਭਾਸ਼ਾ ਬੱਚਾ ਸਕੂਲ ਦੇ ਵਿੱਚੋਂ ਲੈਂਦਾ, ਕਿਉਂਕਿ ਜਿਹੜੀਆਂ ਬਾਕੀ ਦੋ ਆਪਸ਼ਨਸ ਨੇ ਉਹ ਵੀ ਗਲਤ ਨੇ, ਹੋਰ ਭਾਸ਼ਾ ਤੇ ਵਿਦੇਸ਼ੀ ਭਾਸ਼ਾ। ਠੀਕ ਹੈ। ਲਾਸਟ ਬਟ ਨਾਟ ਦ ਲੀਸਟ ਕੁਐਸਚਨ, 25th ਕੁਐਸਚਨ, ਗੈਰ ਰਸਮੀ ਸਿੱਖਿਆ ਸ਼ੁਰੂ ਹੁੰਦੀ ਹੈ। ਹੁਣ ਇਹ ਥੋੜਾ ਸਿੱਖਿਆ ਨਾਲ ਰਿਲੇਟਡ ਆ ਗਿਆ, ਚਲੋ ਇਹ ਆਪਣੇ ਟੌਪਿਕ ਦਾ ਤਾਂ ਨਹੀਂ ਹੈ, ਬਟ ਆਪਾਂ ਨੂੰ ਪਤਾ ਹੋਣਾ ਚਾਹੀਦਾ ਗੈਰ ਰਸਮੀ ਜੋ ਹੈ ਉਹ ਕਿੱਥੋਂ ਸ਼ੁਰੂ ਹੋ ਜਾਂਦੀ ਹੈ। ਮਤਲਬ ਇਨਫੋਰਮਲ ਦਾ ਮਤਲਬ ਹੋ ਗਿਆ ਜਿਹੜੇ ਬੇਸਿਕ ਜਿਹੀਆਂ ਚੀਜ਼ਾਂ ਹੁੰਦੀਆਂ, ਮਦਰ ਟੰਗ ਆ ਗਈ ਇਹਦੇ ਵਿੱਚ, ਥੋੜੇ ਬੇਸਿਕ ਮੈਨਰਸ ਆ ਗਏ, ਹੈ ਨਾ। ਉਹ ਸਾਰਾ ਕੁਝ ਕਿੱਥੋਂ ਸ਼ੁਰੂ ਹੋ ਜਾਂਦਾ? ਬੱਚੇ ਦੇ ਸਕੂਲ ਵਿੱਚ ਦਾਖਲ ਹੋਣ ਤੋਂ ਪਹਿਲਾਂ, ਬਾਅਦ ਵਿੱਚ, ਸਕੂਲ ਛੱਡਣ ਤੋਂ ਬਾਅਦ, ਜਾਂ ਕੋਈ ਨਹੀਂ। ਠੀਕ ਹੈ। ਸਕੂਲ ਛੱਡਣ ਤੱਕ ਤਾਂ ਮਤਲਬ ਬੱਚਾ ਕਾਫੀ ਵੱਡਾ ਹੋ ਜਾਂਦਾ ਹੈ, ਗ੍ਰੈਜੂਏਸ਼ਨ ਸ਼ੁਰੂ ਹੋ ਜਾਂਦੀ ਹੈ, ਤਾਂ ਨੋਟ ਅ ਰਾਈਟ ਆਨਸਰ। ਗੈਰ ਰਸਮੀ ਜੋ ਹੈ, ਇਨਫੋਰਮਲ ਜੋ ਹੈ, ਉਹ ਬੱਚੇ ਦੇ ਸਕੂਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ। 3 ਸਾਲ ਦੇ ਬੱਚੇ ਨਾਲ ਕਾਫੀ ਕੁਛ ਗੱਲਬਾਤ ਹੋ ਗਿਆ, ਖੇਡਣਾ ਹੋ ਗਿਆ, ਥੈਂਕ ਯੂ ਸੋਰੀ ਵਰਗੀਆਂ ਚੀਜ਼ਾਂ ਹੋ ਗਈਆਂ, ਖਾਣਾ ਹੋ ਗਿਆ, ਇਹ ਬੇਸਿਕ ਜਿਹੀਆਂ ਚੀਜ਼ਾਂ ਆਪਾਂ ਆਲਰੇਡੀ ਸ਼ੁਰੂ ਕਰ ਦਿੰਦੇ ਹਾਂ। ਉਹਦੀ ਸਿੱਖਿਆ, ਭਾਸ਼ਾ ਦੀ ਹੀ ਸਿੱਖਿਆ ਲੈ ਲਓ, ਤਾਂ ਸਕੂਲ ਤੋਂ ਪਹਿਲਾਂ ਹੋ ਜਾਂਦੀ ਹੈ ਸ਼ੁਰੂ, ਇਨਫੋਰਮਲ। ਠੀਕ ਹੈ। ਤਾਂ ਓਬਵੀਅਸਲੀ ਇਹ ਆਪਸ਼ਨ ਇਜ਼ ਰਾਈਟ ਹੇਅਰ। ਚਲੋ, ਤਾਂ ਇਹ ਸੀਗੇ ਆਪਣੇ ਅੱਜ ਦੇ ਕੁਐਸਚਨਸ। ਇੱਥੇ ਹੀ ਆਪਣੀ ਜੋ ਕਲਾਸ ਹੈ ਉਹ ਹੋ ਜਾਂਦੀ ਹੈ ਖਤਮ। ਠੀਕ ਹੈ ਜੀ। ਕਲਾਸ ਪਸੰਦ ਆਈ ਤਾਂ ਡੋਂਟ ਫੋਰਗੇਟ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਅੱਜ ਆਪਣਾ ਭਾਸ਼ਾ ਟੌਪਿਕ ਹੋ ਗਿਆ ਕੰਪਲੀਟ, ਐਂਡ ਜਲਦੀ ਹੀ ਆਪਾਂ ਕਰਾਂਗੇ ਸੈਕਿੰਡ ਟੌਪਿਕ ਸਟਾਰਟ ਕੱਲ੍ਹ ਦੀ ਕਲਾਸ ਦੇ ਵਿੱਚ। ਉਹ ਹੋਏਗਾ ਭਾਸ਼ਾ ਅਧਿਆਪਨ। ਐਂਡ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰ ਦਿਆ ਕਰੋ, ਇੰਨੀ ਕੁ ਰਿਕੁਐਸਟ ਮੰਨ ਲਓ, ਤੁਹਾਡੇ ਲਈ ਹੀ ਹੈ। ਠੀਕ ਹੈ। ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਲਿਓ, ਐਂਡ ਥੈਂਕ ਯੂ, ਟੇਕ ਕੇਅਰ।